ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜ ਦਾ ਵਿਚਾਰ ਪੇਸ਼ ਕਰਨ ਦਾ ਵੇਲਾ ਹੋ ਚੱਲਿਆ। ਹਰ ਰੋਜ਼ ਦੀ ਤਰ੍ਹਾਂ ਹੀ ਹਰਮਨ ਸਿੰਘ ਜੀ ਨਾਲ ਨੇ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ। ਅੱਜ ਤਾਂ ਵਧੀਆ ਗੱਲ ਆ। ਹਾਂ, ਅੱਜ ਤਾਂ ਬਾਹਰ ਹਵਾ ਚੱਲੀ ਜਾਂਦੀ ਆ, ਮੀਂਹ ਪਈ ਜਾਂਦਾ ਪੂਰੀ। ਮੈਂ ਨਾ ਵੀ ਕਾਲੀ ਘਟਾ ਚੜ ਕੇ ਆਈ ਸੀ ਜੀ, ਜਿਵੇਂ ਆਈ ਸੀ ਉਵੇਂ ਤਾਂ ਨਹੀਂ ਮੀਂਹ ਪਿਆ, ਪਰ ਗੱਲ ਇਹ ਆ ਵੀ ਸੋਹਣੀ ਰੁਮਕਦੀ ਹਵਾ ਹੈਗੀ ਆ ਤੇ ਪੱਤੇ ਆ ਜਿਹੜੇ ਉਹ ਹਿੱਲ ਰਹੇ ਆ ਜੀ, ਤੇ ਦਰਖਤ ਲਿਫ ਲਿਫ ਕੇ ਐਂ ਕਰ ਰਹੇ ਆ, ਆ ਇੱਧਰ ਨੂੰ ਚਲੇ ਗਏ, ਨੱਚ ਰਹੇ ਆ। ਬਸ ਕਮਾਲਾਂ ਹੋਈਆਂ ਪਈਆਂ ਤੇ ਮੈਨੂੰ ਲੱਗਦਾ ਵੀ ਮੀਂਹ ਚੋਖਾ ਪਊਗਾ ਅੱਜ, ਨਹੀਂ ਤਾਂ ਕੱਲ ਪੈ ਜੂ, ਰਾਤ ਤੱਕ ਪੈ ਜੂ। ਪਰ ਮੀਂਹ ਪੂਰਾ ਪੈਣ ਦੀ ਸੰਭਾਵਨਾ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਅੱਜ ਵਾਹਵਾ ਮੀਂਹ ਪੈ ਗਿਆ ਜੀ। ਬਿਲਕੁਲ। ਤੇ ਕੁਝ ਇੱਕ ਹਿੱਸਿਆਂ ਦੇ ਵਿੱਚ ਹਜੇ ਮੀਂਹ ਦੀ ਉਡੀਕ ਹੈ, ਉੱਥੇ ਹਾਲੇ ਬੱਦਲ ਹੀ ਛਾਏ ਹੋਏ ਨੇ। ਦੇਖਦੇ ਆ ਕਿ ਕਿੱਥੇ ਕਿੱਥੇ ਮੀਂਹ ਪੈਂਦਾ ਹੈ, ਉਹ ਆਪਾਂ ਨੂੰ ਆਪਣੀ ਪ੍ਰਤੀਕਿਰਿਆ ਦੇ ਵਿੱਚ ਪਤਾ ਲੱਗ ਹੀ ਜਾਣਾ ਹੈ ਵੀ ਕਿੱਥੇ ਕਿੱਥੇ ਮੀਂਹ ਪੈ ਗਿਆ। ਬਾਕੀ ਗੱਲ ਇਹ ਹੈ, ਮੌਸਮ ਸੱਚੀ ਬਹੁਤ ਸੋਹਣਾ ਹੋ ਗਿਆ ਤੇ ਅਸੀਂ ਚਾਹੁੰਦੇ ਆ ਕਿ ਹੋਰ ਮੀਂਹ ਪਵੇ ਤਾਂ ਜੋ ਕਿਸਾਨੀ ਨੂੰ ਵੀ ਫਾਇਦਾ ਹੋਵੇ, ਤਾਂ ਜੋ ਜਿਹੜੇ ਵਿਚਾਰੇ ਆ ਪੰਛੀ ਨੇ, ਪਸ਼ੂ ਨੇ, ਪੇੜ ਨੇ, ਰੁੱਖ ਨੇ, ਹਨਾ, ਇਹਨਾਂ ਨੂੰ ਵੀ ਵਿਚਾਰਿਆਂ ਨੂੰ ਥੋੜਾ ਜਿਹਾ ਹੌਸਲਾ ਹੋਵੇ, ਥੋੜਾ ਜਿਹਾ ਚੰਗਾ ਲੱਗੇ। ਬਿਲਕੁਲ ਜੀ, ਗੁਲਮਰਗ ਬਣਿਆ ਪਿਆ। ਜਦੋਂ ਤੱਕ ਅਸੀਂ ਇਸ ਪ੍ਰੋਗਰਾਮ ਨੂੰ ਰਿਕਾਰਡ ਕਰ ਰਹੇ ਹਾਂ, ਬਾਹਰ ਤਾਕੀ ਠਣੀ ਝਾਕ ਕੇ ਦੇਖੋ, ਛੱਤ ਤੇ ਜਾ ਕੇ ਦੇਖੋ ਜੀ, ਸਵਾਦ ਆਉਂਦਾ ਹਵਾ ਦਾ। ਇਹ ਚੰਗੀ ਲੱਗਦੀ, ਪਿੰਡੇ ਨੂੰ ਜਦੋਂ ਛੋਹ ਕੇ ਜਾਂਦੀ ਆ, ਐ ਕਲੋਲ ਜੀ ਕਰਕੇ ਜਾਂਦੀ ਹਵਾ, ਚੰਗਾ ਲੱਗਦਾ ਜੀ, ਚੰਗਾ ਲੱਗਦਾ। ਗੁਲਮਰਗ ਦੇ ਵਿੱਚ ਆ ਗਏ ਆ। ਬਸ ਇੱਥੇ ਘੋੜੇ ਹੈ ਨਹੀਂ ਕਿ ਵੀ ਆਪਾਂ ਤਾਂ ਨੂੰ ਚੜਾਈ ਚੜਨਾ ਜਾਂ ਉਹ ਗੰਡੋਲਾ ਵਾਲੀਆਂ ਟਰਾਲੀਆਂ ਜੀਆਂ ਹੈ ਨਹੀਂ। ਬਾਕੀ ਅੱਜ ਵਧੀਆ ਸੀ, ਬਿਲਕੁਲ ਸਹੀ, ਬਹੁਤ ਵਧੀਆ ਸੀ। ਤੇ ਹੁਣ ਚੱਜ ਦਾ ਵਿਚਾਰ ਪੇਸ਼ ਕਰੀਏ। ਚੱਜ ਦਾ ਵਿਚਾਰ ਬਈ ਇਹ ਆ, ਗੌਰ ਨਾਲ ਸੁਣਿਓ, ਕਿ ਉੱਜੜ ਉਹ ਵੀ ਜਾਂਦੇ ਨੇ, ਉੱਜੜ ਉਹ ਵੀ ਜਾਂਦੇ ਨੇ ਜਿਹੜੇ ਕਿਸੇ ਨੂੰ ਹੱਸਦਾ ਵਸਦਾ ਵੇਖ ਨਹੀਂ ਸਕਦੇ। ਵਾਹ ਵਾਹ। ਮਤਲਬ ਇਹ ਆ ਵੀ ਸੋਚ ਚੰਗੀ ਰੱਖੋ, ਦੂਜੇ ਦੇ ਬਾਰੇ ਇਹੀ ਨਾ ਸੋਚੀ ਜਾਓ, ਕੰਮ ਨਾ ਕਰੀ ਜਾਓ, ਆਪੇ ਪੱਟਿਆ ਜਾਊ, ਆਪੇ ਲੁੱਟਿਆ ਜਾਊ, ਇਹਦਾ ਐ ਨੁਕਸਾਨ ਹੋਊ ਹੀ ਹੋਊ, ਇਹਦਾ ਤਾਂ ਐ ਹੋ ਹੀ ਜਾਣਾ, ਇਹਦਾ ਐ ਹੋ ਗਿਆ ਨਾ, ਫਿਰ ਗੱਲ ਬਣੂ। ਵੀ ਆਪਦੇ ਚੱਜ ਦੇ ਕੰਮ ਵੱਲ ਖਿਆਲ ਕਰੋ, ਆਪਦਾ ਰਾਹ ਆਪੇ ਪੱਧਰਾ ਕਰੋ, ਜਿਹਨਾਂ ਜੋ ਹੋਣਾ ਉਹ ਤਾਂ ਹੋ ਹੀ ਜਾਣਾ। ਵੀ ਕਿਸੇ ਦੇ ਉਜਾੜੇ ਦੀ ਬਾਰੇ ਕੰਮ ਨਾ ਕਰਕੇ ਤੇ ਤੁਸੀਂ ਆਪ ਕਿਹੜਾ ਹੱਸਦੇ ਰਹਿ ਜਾਂਦੇ ਆ ਜੀ। ਬਿਲਕੁਲ, ਆਪ ਕਿਵੇਂ ਵਸਦੇ ਰਹਿ ਸਕੋਗੇ? ਇਹ ਕੁਦਰਤ ਦਾ ਵਰਤਾਰਾ, ਜਿਹਦੇ ਬਾਰੇ ਜਿਹੋ ਜਿਹਾ ਸੋਚੋਗੇ ਉਹੋ ਜਿਹਾ ਤੁਹਾਡੇ ਨਾਲ ਵੀ ਹੋ ਜਾਂਦਾ। ਬਿਲਕੁਲ ਸਹੀ ਹੈ। ਕੁਦਰਤ ਜਿਹੜੀ ਹੈ ਉਹ ਜ਼ਰੂਰ ਕਹਿੰਦੇ ਨਾ, ਜਿਹੜੇ ਕਰਮ ਨੇ, ਕਰਮ ਤੁਹਾਡਾ ਹਮੇਸ਼ਾ ਪਿੱਛਾ ਕਰਦੇ ਰਹਿੰਦੇ ਨੇ। ਤੁਸੀਂ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਹੀ ਵੱਢੋਗੇ। ਜੋ ਤੁਸੀਂ ਕਿਸੇ ਬਾਬਤ ਸੋਚੋਗੇ ਉਹੀ ਤੁਹਾਡੇ ਨਾਲ ਵਾਪਰੂਗਾ। ਇਹ ਤਾਂ ਉਹ ਕਹਿੰਦੇ ਵੀ ਖੂਹ 'ਚ ਮਾਰੀ ਹੋਈ ਆਵਾਜ਼ ਹੁੰਦੀ ਹੈ, ਜਿਹੋ ਜਿਹੀ ਆਵਾਜ਼ ਮਾਰੋਗੇ ਉਹੋ ਜਿਹੀ ਵਾਪਸ ਸੁਣਨੀ ਵੀ ਪੈਣੀ ਹੈ। ਇਸ ਲਈ ਉਹਦੀ ਵੀ ਹਿੰਮਤ ਜ਼ਰੂਰ ਰੱਖੋ। ਵਿਚਾਰਾਂ ਦਾ ਜਿਹੋ ਜਿਹਾ ਬੀਜ ਬੀਜਾਂਗੇ ਨਾ, ਉਹੋ ਜਿਹਾ ਬੂਟਾ ਉੱਠਣਾ, ਬਿਲਕੁਲ ਉਹੋ ਜਿਹਾ ਪੌਦਾ ਬਣਨਾ। ਗੱਲ ਇਹ ਆ। ਬਿਲਕੁਲ ਸਹੀ ਹੈ। ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ, ਆਪਾਂ ਹਮੇਸ਼ਾ ਬੁਰੇ ਸਮੇਂ ਨੂੰ ਕੋਸਦੇ ਆਂ, ਮਾੜੇ ਨੂੰ। ਮਾੜਾ ਵੇਲਾ ਆ ਗਿਆ, ਬੁਰਾ ਵਕਤ ਚੱਲ ਰਿਹਾ ਜੀ, ਬਹੁਤ ਮਾੜਾ ਵੇਲਾ ਚੱਲ ਰਿਹਾ ਹੈ। ਪਰ ਹਰ ਵਾਰ ਬੁਰਾ ਵੇਲਾ, ਮਾੜਾ ਵੇਲਾ ਜਿਹੜਾ ਹੈ ਉਹ ਮਾੜੀਆਂ ਖਬਰਾਂ ਹੀ ਨਾਲ ਲੈ ਕੇ ਨਹੀਂ ਆਉਂਦਾ। ਕਈ ਵਾਰ ਮਾੜਾ ਵੇਲਾ ਤੁਹਾਨੂੰ ਚੰਗੇ ਇਨਸਾਨਾਂ ਨਾਲ ਮਿਲਾਉਣ ਲਈ ਵੀ ਆਉਂਦਾ ਹੈ ਨਾ, ਕਿਉਂਕਿ ਕਹਿੰਦੇ ਆ ਕਿ ਮਾੜੇ ਸਮੇਂ ਦੇ ਵਿੱਚ ਹੀ ਪਤਾ ਲੱਗਦਾ ਕੌਣ ਤੁਹਾਡਾ ਆਪਣਾ, ਕੌਣ ਬਗਾਨਾ ਹੈ, ਕੌਣ ਨਾਲ ਖੜਦਾ ਹੈ ਤੇ ਕੌਣ ਭੱਜਦਾ। ਇਸ ਲਈ ਕਈ ਵਾਰ ਬੁਰਾ ਵੇਲਾ ਜਿਹੜਾ ਹੈ, ਮਾੜਾ ਵੇਲਾ ਜਿਹੜਾ ਹੈ, ਉਹ ਤੁਹਾਡੀ ਚੰਗੇ ਬੰਦਿਆਂ ਨਾਲ ਮਿਲਣੀ ਕਰਾਉਣ ਵਾਸਤੇ ਵੀ ਆਉਂਦਾ। ਜਿਵੇਂ ਇੱਕ ਗੀਤ ਦੇ ਬੋਲ ਨਾ ਕਿ ਸਦਾ ਦੀ ਹਾਲਾਤ ਰਹਿੰਦੇ ਮਾੜੇ ਬੰਦੇ ਦੇ, ਸਦਾ ਨਹੀਂ ਉਹ ਬੰਦਿਆਂ ਚੜਾਈਆਂ ਰਹਿੰਦੀਆਂ। ਇਹ ਗੱਲਾਂ ਸਹੀ ਆ ਜੀ। ਚੰਗੇ ਵੇਲੇ ਦੇ ਵਿੱਚ ਇਹ ਨਾ ਭੁੱਲੋ ਵੀ ਇਹ ਮਾੜਾ ਵੀ ਆਉਣਾ ਹੁਣ, ਤੇ ਮਾੜੇ ਵੇਲੇ ਦੇ ਵਿੱਚ ਇਹ ਨਾ ਭੁੱਲੋ ਕਿ ਚੰਗਾ ਵੀ ਆਇਆ ਲਓ। ਪਰ ਚੰਗੇ ਵੇਲੇ ਨੂੰ ਸਾਂਭ ਕੇ ਰੱਖਣਾ ਤੇ ਚੰਗੇ ਦੇ ਵਿੱਚ ਚੰਗਿਆਈ ਦੇ ਸਾਥੀ ਬਣਨਾ, ਇਹ ਬੜੀ ਵੱਡੀ ਲੋੜ ਹੁੰਦੀ ਆ। ਬੜੇ ਲੋਕਾਂ ਨੂੰ, ਇਹੋ ਜਿਹੇ ਵੀਰਾਂ ਨੂੰ, ਭੈਣਾਂ ਨੂੰ ਮੈਂ ਜਾਣਦਾ ਜਿਹੜੇ ਕਿ ਟੀਸੀ ਤੇ ਪਹੁੰਚ ਗਏ, ਜਿਨ੍ਹਾਂ ਨੇ ਬੜਾ ਚੰਗਾ ਵੇਲਾ ਆ ਗਿਆ, ਪਰ ਉਹਨਾਂ ਦੇ ਵਿੱਚੋਂ ਕਈ ਪੈਰ ਛੱਡ ਗਏ, ਉਹ ਧੜਮ ਕਰਕੇ ਫੇਰ ਪਹਿਲਾਂ ਵਾਲੀ ਥਾਂ ਤੇ ਆ ਗਏ। ਜਿਹੜੇ ਲੋਕ ਸਿਆਣੇ ਆ, ਜਿਹੜੇ ਲੋਕ ਸੁਚੱਜੇ ਆ, ਜਿਹੜੇ ਲੋਕ ਦੂਰ ਦ੍ਰਿਸ਼ਟੀ ਦੇ ਮਾਲਕ ਆ, ਉਹਨਾਂ ਨੇ ਉਸ ਵੇਲੇ ਨੂੰ ਸਾਂਭ ਲਿਆ। ਉਹਨਾਂ ਨੇ ਆਪਣੇ ਚੰਗੇ ਵੇਲੇ ਨੂੰ ਹੋਰ ਲੰਮਾ ਕਰ ਲਿਆ। ਜੇ ਉਹ 2 ਸਾਲ ਉੱਥੇ ਟਿਕੇ ਰਹਿ ਸਕਦੇ ਸੀ, ਉਹਨਾਂ ਨੇ ਸਿਆਣਪ ਦੇ ਨਾਲ 5, 7, 10 ਸਾਲ ਟਿਕੇ ਰਹੇ ਆ। ਸੋ ਮਤਲਬ ਇਹ ਵੀ ਚੰਗੇ ਵੇਲੇ ਦੇ ਵਿੱਚ ਪੈਰ ਨਾ ਛੱਡੋ, ਫੂੰ ਫਾਂਪ ਘੱਟ ਕਰੋ, ਬੜਾ ਹੰਕਾਰ ਨਾ ਕਰੋ, ਨਿਮਰ ਹੋ ਕੇ ਰਹੋ। ਜਿਵੇਂ ਜਿਵੇਂ ਬੰਦਾ ਅੱਗੇ ਵਧਦਾ ਨਾ, ਉਹਨੂੰ ਉਵੇਂ ਉਵੇਂ ਨਿਮਰ ਹੋਣਾ ਚਾਹੀਦਾ। ਧੌਣ ਦੇ ਵਿੱਚ ਫਸਿਆ ਹੋਇਆ ਕੀਲਾ ਨਿਕਲ ਜਾਣਾ ਚਾਹੀਦਾ। ਬਿਲਕੁਲ ਸਹੀ ਹੈ, ਤਾਂ ਹੀ ਗੱਲ ਬਣਦੀ ਹੈ, ਨਹੀਂ ਤਾਂ ਫਿਰ ਅੱਗੇ ਜਾਣ ਦਾ ਕੋਈ ਫਾਇਦਾ ਵੀ ਨਹੀਂ ਰਹਿ ਜਾਂਦਾ। ਬਿਲਕੁਲ ਸਹੀ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ, ਆ ਰੇਤ ਕਿੰਨੀ ਕੁ ਮਹਿੰਗੀ ਤੁਹਾਡੇ ਵਾਲੇ ਪਾਸੇ?
ਵਾਵਾ ਮਹਿੰਗੀ ਹੋ ਗਈ ਟਾਣਾ ਸਾਹਿਬ ਇਹ ਹੁਣ ਪਿਛਲੀ ਤਾਂ। ਸਰਕਾਰ ਨਾਲੋਂ, ਚੰਨੀ ਜਾਂ ਕੈਪਟਨ ਸਰਕਾਰ ਨਾਲੋਂ ਸਸਤੀ ਹੈ ਕਿ ਉਸੇ ਭਾਅ? ਦੇਖੋ ਇਸ ਵੇਲੇ ਤਾਂ ਮੈਂ ਪਤਾ ਨਹੀਂ ਕੀਤਾ ਕਿਉਂਕਿ ਕਦੇ ਹੁਣ ਲੋੜ ਨਹੀਂ ਪਈ ਹਨਾ, ਪਰ ਪਿਛਲੇ ਵੇਲਿਆਂ ਦੇ ਵਿੱਚ ਤਾਂ ਜਦੋਂ ਸੁਣਦੇ ਸੀ ਆਲੇ ਦੁਆਲੇ ਖਬਰਾਂ ਮਿਲਦੀਆਂ ਸੀ ਤਾਂ ਵਾਵਾ ਹੀ ਮਹਿੰਗੀ ਸੀ ਰੇਤ ਤਾਂ। ਪਰ ਜਦੋਂ ਤੁਸੀਂ ਜਾ ਕੇ ਬਾਜ਼ਾਰ ਦੇ ਵਿੱਚ ਪੁੱਛਦੇ ਵੀ ਟਰਾਲੀ ਦਾ ਭਾਈ ਕੀ ਭਾਅ, ਹੁਣ ਉਹ ਟਰਾਲੀ ਉਸੇ ਭਾਅ ਤਾਂ ਤੁਹਾਡੇ ਘਰੇ ਆਉਣੀ ਨਹੀਂ ਜਿਹੜੇ ਭਾਅ ਦੇ ਵਿੱਚ ਖੱਡ ਚੋਂ ਮਿਲਦੀ ਆ। ਜੀ ਜੀ ਜੀ। ਉਹਦੀ ਢੋਆ ਢਵਾਈ ਦਾ ਖਰਚਾ, ਉਹਦੇ ਤੇਲ ਦਾ ਖਰਚਾ, ਉਹਦੇ ਬਾਕੀ ਖਰਚੇ ਪਾ ਕੇ ਗੱਲ ਉੱਥੇ ਜੀ ਫੇਰ ਪਹੁੰਚ ਜਾਂਦੀ ਆ। ਜੀ। ਮਤਲਬ ਇਹ ਆ ਵੀ ਇਸ ਵੇਲੇ ਭਾਵੇਂ ਲੋਹੇ ਦੀ ਗੱਲ ਕਰ ਲਓ, ਭਾਵੇਂ ਸਟੀਲ ਦੀ ਗੱਲ ਕਰ ਲਓ, ਭਾਵੇਂ ਰੇਤ ਦੀ ਗੱਲ ਕਰ ਲਓ ਤੇ ਭਾਵੇਂ ਸੀਮੈਂਟ ਦੀ ਗੱਲ ਕਰ ਲਓ, ਇਹ ਸਾਰੀਆਂ ਚੀਜ਼ਾਂ ਦੀ ਕੀਮਤ ਨੂੰ ਅੱਗ ਲੱਗੀ ਪਈ ਆ। ਜਿਹੜੇ ਲੋਕਾਂ ਨੇ ਮਕਾਨ ਦੁਕਾਨ ਕੁਝ ਵੀ ਬਣਾਉਣਾ, ਉਹਨਾਂ ਲਈ ਭਾਈ ਕੰਮ ਔਖਾ ਹੋਇਆ ਪਿਆ। ਆ ਸੂਬੇ ਦੀ ਸਰਕਾਰ ਦੇ ਪਿਛਲੇ ਦਿਨੀ ਨਾ 100 ਦਿਨ ਪੂਰੇ ਹੋ ਗਏ ਆ ਜੀ। 100 ਦਿਨ ਪੂਰੇ ਹੋਣ ਦੇ ਉੱਤੇ ਇਹਨਾਂ ਦੇ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਆ ਵੀ ਅਸੀਂ ਮਾਈਨਿੰਗ ਦੇ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਆ। ਕੁਝ ਕੁ ਕਾਰਵਾਈਆਂ ਚੰਗੀਆਂ ਵੀ ਹੋਈਆਂ, ਯਾਨੀ ਕਿ ਇੱਥੇ ਇੱਕ ਸਾਬਕਾ ਵਿਧਾਇਕ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਇਹ ਵੱਖਰੀ ਗੱਲ ਆ, ਬਾਅਦ ਚ ਜ਼ਮਾਨਤ ਮਿਲ ਗਈ। ਕੁਝ ਕੁ ਹੋਰ ਵੱਡੇ ਬੰਦੇ ਤੇ ਵੀ ਕਾਰਵਾਈਆਂ ਹੋਈਆਂ, ਪਰ ਬਹੁਤੀਆਂ ਕਾਰਵਾਈਆਂ ਛੋਟੇ ਪੱਧਰ ਤੇ ਹੋਈਆਂ ਜੀ। ਮੈਂ ਨਾ ਅੱਜ ਰਿਪੋਰਟ ਪੜ੍ਹੀ ਤੇ ਹੈਰਾਨ ਰਹਿ ਗਿਆ। ਇੱਕ ਬੰਦਾ ਬੋਰੇ ਦੇ ਵਿੱਚ ਪਾ ਕੇ ਰੇਤ ਲਈ ਜਾਂਦਾ ਸੀ, ਉਹਦੇ ਉੱਤੇ ਮਾਈਨਿੰਗ ਦਾ ਪਰਚਾ ਦਰਜ ਹੋ ਗਿਆ। ਮਾਈਨਿੰਗ ਦਾ ਪਰਚਾ, ਬੋਰੇ 'ਚ ਰੇਤ ਪਾਉਣ ਦਾ? ਬਿਲਕੁਲ ਜੀ। ਇੱਕ ਬੰਦਾ ਜਿਹੜਾ ਖੇਤ ਦੇ ਵਿੱਚ ਸੀ ਆਪਦੇ, ਆਪਾਂ ਖਬਰ ਵੀ ਸਾਂਝੀ ਕੀਤੀ ਸੀ, ਉਹਦੇ ਕੋਲੋਂ ਇੱਕ ਬੱਠਲ ਰੇਤੇ ਦਾ ਫੜਿਆ ਗਿਆ ਸੀਗਾ, ਇੱਕ ਤਸਲਾ, ਉਹਦੇ ਤੇ ਮਾਈਨਿੰਗ ਦਾ ਪਰਚਾ ਦਰਜ ਕੀਤਾ ਗਿਆ। ਉਹਦੀ ਜੇਬ ਦੇ ਵਿੱਚੋਂ ਬਰਾਮਦਗੀ ਵੀ ਵੱਡੀ ਹੋਈ ਸੀ, 100 ਰੁਪਏ ਦੀ। ਫਿਰ ਕਹਿੰਦੇ ਵੀ ਫਾਜ਼ਿਲਕਾ ਦੇ ਵੱਲ ਕਈ ਰੇੜਾ ਚਾਲਕ ਆ ਜਿਹੜੇ, ਉਹ ਕਾਬੂ ਕੀਤੇ ਗਏ। ਰੇੜੇ ਤਾਂ ਉੱਥੇ ਰੱਖ ਲਏ, ਕਹਿੰਦੇ ਭਾਈ ਸਾਡੇ ਕੋਲੇ ਚਾਰਾ ਹੈ ਨਹੀਂਗਾ, ਘੋੜੇ ਲੈ ਜਾਓ, ਅੱਛਾ ਖਚਰਾ ਲੈ ਜਾਓ। ਬਾਅਦ ਦੇ ਵਿੱਚ ਉਹ ਰੇੜੇ ਵੀ ਛੱਡ ਦਿੱਤੇ ਗਏ ਸੀ। ਯਾਨੀ ਕਿ ਇਹੋ ਜਿਹੀਆਂ ਮਾਮੂਲੀ ਜਿਹੀਆਂ ਕਾਰਵਾਈਆਂ ਵੀ ਹੋਈਆਂ ਤੇ ਕਈ ਥਾਵਾਂ ਤੇ ਚੰਗੀਆਂ ਵੀ ਹੋ ਗਈਆਂ ਜੀ। ਆਪਾਂ ਪੂਰਾ ਬਿਊਰਾ ਹੀ ਸਾਂਝਾ ਕਰ ਦਿੰਨੇ ਆ ਜੀ। 100 ਦਿਨਾਂ ਦੇ ਵਿੱਚ 287 ਕੇਸ ਜਿਹੜੇ ਕੁੱਲ ਦਰਜ ਹੋਏ ਨੇ ਔਰ 16 ਮਾਰਚ ਤੋਂ 22 ਜੂਨ ਤੱਕ ਦਾ ਇਹ ਵੇਰਵਾ ਹੈ, ਜਿਹਦੇ ਚ 158 ਨਾਜਾਇਜ਼ ਖੱਡਾਂ ਜਿਹੜੀਆਂ ਉਹ ਬੰਦ ਹੋਈਆਂ, 287 ਪਰਚੇ ਦਰਜ ਹੋਏ ਨੇ, ਜਿਨ੍ਹਾਂ ਚ 96 ਗ੍ਰਿਫਤਾਰੀਆਂ ਹੋਈਆਂ ਨੇ ਔਰ 186 ਕੇਸ ਭਾਵ 65% ਦੀ ਜਿਹੜੀਆਂ ਛੋਟੀਆਂ ਕਾਰਵਾਈਆਂ ਜਿਨ੍ਹਾਂ ਤੁਸੀਂ ਜ਼ਿਕਰ ਕੀਤਾ ਇਹੋ ਹੋਈਆਂ ਨੇ। ਔਰ ਇਹਦੇ ਵਿੱਚ ਰਿਕਸ਼ਾ ਚਾਲਕ, ਟਰਾਲੀ ਵਾਲੇ, ਰੇੜੇ ਵਾਲੇ, ਮਜ਼ਦੂਰ, ਮਤਲਬ ਜਿਹੜੇ ਵੀ ਜਿਨ੍ਹਾਂ ਤੇ ਵੀ ਸ਼ੱਕ ਹੋਇਆ ਉਹ ਸਾਰੇ ਚੱਕ ਲਏ ਪੁਲਿਸ ਵਾਲਿਆਂ ਨੇ। ਉਸ ਤੋਂ ਬਾਅਦ 101 ਦੇ ਉੱਪਰ ਵੱਡੀ ਕਾਰਵਾਈ ਵੀ ਕੀਤੀ ਗਈ। ਦੇਖੋ ਜੀ, ਸਾਡੀ ਤਾਂ ਬੇਨਤੀ ਸਿਰਫ ਇਹ ਆ ਵੀ ਜੇਕਰ ਸਰਕਾਰਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਮਾਈਨਿੰਗ ਦੇ ਮਾਮਲੇ ਦੇ ਵਿੱਚ ਪਾਰਦਰਸ਼ਤਾ ਲੈ ਕੇ ਆ ਰਹੇ ਹਾਂ, ਅਸੀਂ ਇੱਥੇ ਕੋਈ ਠੱਗੀ ਠੋਰੀ ਨਹੀਂ ਹੋਣ ਦੇਣੀ ਜੀ, ਅਸੀਂ ਨਜਾਇਜ਼ ਮਾਈਨਿੰਗ ਨਹੀਂ ਹੋਣ ਦੇਣੀ, ਅਸੀਂ ਕੁਦਰਤੀ ਸਰੋਤ ਆ ਜਿਹੜੇ ਉਹ ਇਦਾਂ ਮੁੱਕੜ ਨਹੀਂ ਦੇਣੇ, ਤਾਂ ਫਿਰ ਬੇਨਤੀ ਹੱਥ ਜੋੜ ਕੇ ਇਹ ਆ ਵੀ ਜਿਹੜੇ ਵੱਡੇ ਮਗਰਮੱਛ ਆ ਨਾ, ਜਿਹੜੇ ਠੇਕੇਦਾਰ ਆ ਜਾਂ ਜਿਹੜੇ ਵੱਡੇ ਵਿੱਚ ਜਿਹੜੇ ਹੈਗੇ ਆ ਫੰਨੇ ਖਾਂ, ਜਿਨ੍ਹਾਂ ਦੀ ਹਿੱਸਾ ਪੱਤੀ ਹੁਣ ਤੱਕ ਚੱਲਦੇ ਰਹੇ ਆ, ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਬਿਲਕੁਲ। ਖੱਡਾਂ ਕਿੱਥੇ ਕਿੱਥੇ ਨਜਾਇਜ਼ ਆ ਤੇ ਕਿੱਥੇ ਕਿੱਥੇ ਜਾਇਜ਼ ਆ, ਇਹਦੇ ਬਾਰੇ ਤਾਂ ਹੁਣ ਪਤਾ ਹੀ ਆ ਵਿਭਾਗ ਨੂੰ। ਜਿਹੜੀਆਂ ਨਜਾਇਜ਼ ਆ ਉਹ ਆਪਾਂ ਬੰਦ ਕਰਵਾ ਦਿੰਨੇ ਆ, ਪਰ ਹੁੰਦਾ ਕੀ ਆ ਵੀ ਨਜਾਇਜ਼ ਖੱਡਾਂ ਬੰਦ ਹੋ ਗਈਆਂ, ਵਾਜਬ ਖੱਡਾਂ ਦੇ ਵਿੱਚੋਂ ਪੂਰਾ ਰੇਤਾ ਨਹੀਂ ਨਿਕਲਦਾ ਤੇ ਰੇਤਲੀ ਬਲੈਕ ਸ਼ੁਰੂ ਹੋ ਗਈ। ਇਹ ਭਾਅ ਵੀ ਠੀਕ ਰੱਖਿਆ ਜਾਵੇ। ਇਹ ਨਹੀਂ ਵੀ ਆਪਾਂ ਸਖਤੀ ਕਰਤੀ, ਜਿਵੇਂ ਨਸ਼ੇ ਦੇ ਉੱਤੇ ਸਖਤੀ ਕਰਦੇ ਆ ਵੀ ਨਸ਼ਾ ਨਹੀਂ ਵਿਕੂਗਾ ਜੇ ਅਸੀਂ ਖਿੱਚਤਾ ਕੰਮ, ਪਰ ਉਹ ਨਸ਼ਾ ਮਹਿੰਗਾ ਹੋ ਜਾਂਦਾ, ਦੁੱਗਣੇ ਤਿੱਗਣੇ ਭਾਅ ਦਾ ਹੋ ਜਾਂਦਾ। ਮਤਲਬ ਇਹ ਆ ਵੀ ਇਹਦੇ ਪਿੱਛੇ ਜੋ ਮਹਿੰਗਾਈ ਆ ਉਹਨੂੰ ਵੀ ਰੋਕਿਆ ਜਾਵੇ। ਜੇਕਰ ਹੁਣ ਰੇਤ ਮਹਿੰਗਾ ਹੋ ਗਿਆ, ਮੰਨ ਲਓ ਟਰਾਲੀ ਜੇਕਰ ਪਹਿਲਾਂ ਸੀ 3000 ਦੀ, ਅੱਜ ਮੰਨ ਲਓ 8000 ਦੀ ਮਿਲੇ, 7000 ਦੀ ਮਿਲੇ, 9000 ਦੀ ਮਿਲੇ, ਤਾਂ ਮਤਲਬ ਇਹ ਵੀ ਕਿਸੇ ਨੇ ਕੀ ਲੈਣਾ ਇਸ ਗੱਲ ਤੋਂ ਵੀ ਭਾਈ ਉਧਰਲੇ ਪਾਸਿਓਂ ਆਈ ਹੈ ਕਿ ਇਧਰਲੇ ਪਾਸਿਓਂ ਆਈ ਹੈ। ਬੰਦੇ ਨੂੰ ਤਾਂ ਚੀਜ਼ ਵੀ ਸਸਤੀ ਚਾਹੀਦੀ ਆ ਨਾ। ਤੁਸੀਂ ਸਖਤੀ ਵੀ ਵਰਤੋ, ਮਾਈਨਿੰਗ ਪਾਲਿਸੀ ਵੀ ਲੈ ਕੇ ਆਓ, ਲੋਕਾਂ ਤੱਕ ਸਸਤੀ ਚੀਜ਼ ਵੀ ਪਹੁੰਚੇ, ਠੱਗੀ ਠੋਰੀ ਦੀ ਘਾਟ ਵੀ ਹੋਵੇ। ਸੋ ਬਹੁਤ ਕੁਝ ਕਰਨਾ ਚਾਹੀਦਾ ਜੀ। ਗੱਲ ਤਾਂ ਉੱਥੇ ਹੀ ਹੈ ਨਾ ਵੀ ਮਗਰਮੱਛ ਨਹੀਂ ਫੜ ਹੋਣਗੇ ਤਾਂ ਮੱਛੀਆਂ ਫੜ ਕੇ ਕਰ ਵੀ ਕੀ ਲਓਗੇ ਤੁਸੀਂ। ਗੱਲ ਤਾਂ ਜਿੱਥੋਂ ਜੇ ਮੋਢੀ ਨਾ ਫੜ ਹੋਇਆ, ਜਾੜੀ ਨਾ ਫੜ ਹੋਈ, ਤਾਂ ਫਿਰ ਜਿੰਨੇ ਮਰਜ਼ੀ ਪੱਤੇ ਝਾੜੀ ਜਾਓ, ਕੋਈ ਫਰਕ ਨਹੀਂ ਪੈਂਦਾ। ਮੇਰੀ ਪੁਲਿਸ ਮੁਲਾਜ਼ਮਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਰਿਕਸ਼ੇ ਦੇ ਉੱਤੇ ਬੰਦਾ ਕਿੰਨੀ ਕੁ ਮਾਈਨਿੰਗ ਕਰ ਲੂਗਾ, ਰੇੜੇ ਦੇ ਉੱਤੇ ਕਿੰਨੀ ਕੁ ਮਾਈਨਿੰਗ ਹੋ ਸਕਦੀ ਹੈ। ਜਿਹੜੇ ਕਹਿੰਦੇ ਬੱਠਲ 'ਚ ਮਾਈਨਿੰਗ ਹੁੰਦੀ ਹੈ, ਉਹ ਰਿਕਸ਼ੇ ਰੇੜੇ ਤੇ ਵੀ ਤਾਂ ਮਾਈਨਿੰਗ। ਬੋਰੇ ਦੇ ਵਿੱਚ ਮੰਨ ਲਓ ਕਿਸੇ ਨੇ 10 ਕਿਲੋ 20 ਕਿਲੋ ਰੇਤ ਪਾ ਲਈ, ਉਹ ਹੋ ਸਕਦਾ ਵੀ ਉਹਨੇ ਕੰਧੋਲੀ ਲਿਪਣੀ ਹੋਵੇ, ਪਲਸਤਰ ਕਰਨੀ ਹੋਵੇ, ਹੋ ਸਕਦਾ ਉਹਦੇ ਕੋਲ ਘਰ ਦੇ ਵਿੱਚ ਖੜਵੰਚਾ ਲਾਉਣ ਵਾਲਾ ਹੋਵੇ। ਉਹ ਬੰਦਾ, ਉਹਨੂੰ ਤੁਸੀਂ ਛੱਡੋ ਯਾਰ, ਜਿਹੜੇ ਬੰਦੇ ਟਿੱਪਰਾਂ ਦੇ ਟਿੱਪਰ ਲੈ ਕੇ ਆਉਂਦੇ ਆ, ਜਿਹੜੇ ਵਿੱਚੋਂ ਦਰਿਆਵਾਂ ਦੇ ਰੇਤ ਕੱਢ ਕੇ ਖਾ ਗਏ, ਜਿਨ੍ਹਾਂ ਨੇ ਦਰਿਆਵਾਂ ਦੇ ਮੁਹਾਨ ਹੀ ਬਦਲਤੇ ਵੀ ਐ ਨੂੰ ਜਾ ਰਿਹਾ ਸੀ ਤਾਂ ਇੰਨੀ ਕਮਾਈਨਿੰਗ ਕਰ ਲਈ ਵੀ ਉਹ ਪਰਲੇ ਪਾਸੇ ਦੀ ਹੋ ਤੁਰਿਆ ਵਿਚਾਰਾ। ਉਹਨਾਂ ਲੋਕਾਂ ਨੂੰ ਪਹਿਲਾਂ ਕਾਬੂ ਕਰਨਾ ਚਾਹੀਦਾ। ਸ਼ੁਕਰ ਮਨਾਓ ਟਾਣਾ ਸਾਹਿਬ ਵੀ ਘਰ ਦੇ ਵਿੱਚ ਬੀਬੀਆਂ ਹੁਣ ਸਰਫ ਦੇ ਨਾਲ, ਸਾਬਣ ਦੇ ਨਾਲ ਭਾਂਡੇ ਧੋਣ ਲੱਗ ਗਈਆਂ ਨੇ, ਨਹੀਂ ਤਾਂ ਪਹਿਲਾਂ ਜਿਵੇਂ ਰੇਤੇ ਦੇ ਨਾਲ ਮਾਂਜਦੀਆਂ ਹੁੰਦੀਆਂ ਸੀ। ਜਿਸ ਹਿਸਾਬ ਦੇ ਨਾਲ ਇਹ ਬੱਠਲਾਂ ਦੇ ਉੱਤੇ ਕਾਰਵਾਈ ਕਰੇ, ਜੇ ਕਿਸੇ ਨੂੰ ਲਿਫਾਫੇ 'ਚ ਰੇਤ ਲਿਜਾਂਦੇ ਵੇਖ ਲੈਂਦੇ, ਇਹਨਾਂ ਨੇ ਤਾਂ ਹੁਣ ਨੂੰ ਮਾਈਨਿੰਗ ਦੇ ਕੇਸ ਪਾ ਕੇ ਲੋਕੀ ਕਮਲੇ ਕੀਤੇ ਹੋਣੇ। ਇਹ ਨਾ ਹੋਵੇ ਵੀ ਘਰਾਂ ਦੇ ਵਿੱਚ ਜਾ ਕੇ ਹੁਣ ਰੇਤ ਚੈੱਕ ਕਰਨ ਲੱਗ ਜਾਈਏ ਵੀ ਢੇਰੀ ਕਿਹਦੇ ਲੱਗੀ ਆ ਜੀ। ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ।
ਟਾਣਾ ਸਾਹਿਬ, ਜਿਹੜਾ ਗਾਇਕ ਚੰਗੇ ਗੀਤ ਗਾਉਂਦਾ ਹੈ ਉਹਦੀ ਹਮੇਸ਼ਾ ਗੱਲ ਹੋਣੀ ਚਾਹੀਦੀ ਹੈ, ਸਭ ਨੂੰ ਹੀ ਕਰਨੀ ਚਾਹੀਦੀ ਹੈ ਜੀ, ਔਰ ਹਰ ਕਿਸੇ ਨੂੰ ਚੰਗੇ ਗੀਤ ਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹ ਗੀਤ ਜਿਹੜੇ ਸਾਡੇ ਸਮਾਜ ਨੂੰ ਸਿੱਖਿਆ ਦੇਣ, ਉਹ ਗੀਤ ਜਿਹੜੇ ਸਾਡੇ ਸਮਾਜ ਨੂੰ ਇੱਕ ਚੰਗੇ ਰਾਹ ਤੇ ਲੈ ਕੇ ਜਾਣ, ਜਿਹੜੇ ਸਾਡੇ ਲੋਕਾਂ ਨੂੰ ਸਮਝਾਉਣੀ ਵੀ ਦੇਣ, ਉਹਨਾਂ ਗੀਤਾਂ ਦੀ ਸਦਾ ਗੱਲ ਹੋਣੀ ਚਾਹੀਦੀ ਹੈ। ਤੁਹਾਨੂੰ ਯਾਦ ਹੋਣਾ ਵੀ ਅਸੀਂ ਪਾਲੀ ਦੇਤਵਾਲੀਆ ਬਾਈ ਦੇ ਨਾਲ ਗੱਲਬਾਤ ਕੀਤੀ ਸੀ, ਮੁਲਾਕਾਤ ਕੀਤੀ। ਉਹਨਾਂ ਨੂੰ ਅਸੀਂ ਇੱਕ ਸਵਾਲ ਉਚੇਚੇ ਤੌਰ ਤੇ ਪੁੱਛਿਆ ਸੀ ਵੀ ਤੁਸੀਂ ਗੰਦੇ ਗੀਤ ਲਿਖਦੇ ਨਹੀਂ, ਤੁਸੀਂ ਗੰਦੇ ਗੀਤ ਪਿਛਲੇ ਲੰਮੇ ਸਮੇਂ ਤੋਂ ਗਾਉਂਦੇ ਨਹੀਂ, ਤੁਸੀਂ ਧੀਆਂ ਭੈਣਾਂ ਵਾਲੇ ਪਰਿਵਾਰਕ ਗੀਤ ਹੀ ਗਾਉਨੇ ਹੋ, ਲਿਖਦੇ ਹੋ, ਤੁਸੀਂ ਉਹਨੇ ਇਸ਼ਤਿਹਾਰ ਨਹੀਂ ਚਲਾਉਂਦੇ, ਤੁਸੀਂ ਇੰਨੀ ਕੋਈ ਬੂਸਟ ਲਾ ਕੇ ਗਾਣੇ ਦੇ ਵਿਊ ਨਹੀਂ ਵਧਾਉਂਦੇ, ਤੁਸੀਂ ਕੋਈ ਤੜਕ ਭੜਕ ਵਾਲੀ ਵੀਡੀਓ ਨਹੀਂ ਬਣਾਉਂਦੇ, ਤੁਹਾਡੀ ਰੋਟੀ ਕਿਵੇਂ ਚੱਲਦੀ ਹੈ? ਤੁਹਾਡੀ ਰੋਟੀ ਚੱਲਦੀ ਹੈ? ਕਦੇ ਇਹ ਤਾਂ ਨਹੀਂ ਵੀ ਭਾਈ ਪੀਪੇ ਚੋਂ ਆਟਾ ਮੁੱਕ ਗਿਆ ਹੋਵੇ, ਕਿਤੇ ਇਹ ਤਾਂ ਨਹੀਂ ਵੀ ਨਿਆਣਿਆਂ ਦੀ ਫੀਸ ਰਹਿ ਗਈ ਹੋਵੇ, ਕਿਤੇ ਬਿਜਲੀ ਦਾ ਬਿੱਲ ਦੇਣ ਵੱਲੋਂ ਵਾਂਝੇ ਰਹਿ ਗਏ ਹੋਵੋ। ਉਹਨਾਂ ਨੇ ਇਹ ਉੱਤਰ ਦਿੱਤਾ ਸੀ ਕਿ ਬਾਈ ਜੀ ਰੋਟੀ ਮੈਂ ਵੀ ਬਾਕੀ ਲੋਕਾਂ ਵਾਂਗੀ ਖਾਣਾ, ਰੋਟੀ ਦਾ ਆਕਾਰ ਵੀ ਉਹਨਾਂ ਕੀ ਹੈ ਜਿਹੜਾ ਬਾਕੀ ਆਮ ਲੋਕਾਂ ਦੀ ਰੋਟੀ ਦਾ ਆਕਾਰ ਆ, ਆਟਾ ਸਾਡੇ ਵੀ ਉਹੀ ਵਰਤਦੇ ਜਿਹੜਾ ਕਿ ਬਾਕੀਆਂ ਦੇ ਘਰ ਦੇ ਵਿੱਚ ਆ, ਨਿਆਣੇ ਮੇਰੇ ਵੀ ਚੰਗੀ ਥਾਂ ਤੇ ਪੜ੍ਹਦੇ ਜਿਵੇਂ ਕਿ ਬਾਕੀਆਂ ਦੇ ਪੜ੍ਹਦੇ ਆ। ਸੋ ਇਸ ਕਰਕੇ ਜਦੋਂ ਉਹ ਬੰਦਾ ਚੰਗੇ ਗੀਤ ਗਾ ਗਾ ਕੇ ਆਪਦੀ ਜ਼ਿੰਦਗੀ ਦਾ ਨਿਰਵਾਹ ਸੋਹਣਾ ਕਰ ਸਕਦਾ, ਤਾਂ ਬਾਕੀ ਜਿਹੜੇ ਵੀ ਲੀਹ ਤੋਂ ਲੱਥੇ ਆ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਵੀ ਭਾਈ ਤੁਸੀਂ ਵੀ ਚੰਗੇ ਵੱਲ ਮੋੜ ਕੱਟੋ। ਤੁਸੀਂ ਕਿਹੜਾ ਚਾਂਦੀ ਦੀ ਰੋਟੀ ਖਾ ਲੈਂਦੇ ਆ? ਬਿਲਕੁਲ ਬਿਲਕੁਲ। ਹੀਰਿਆਂ ਦੀ ਸਬਜ਼ੀ ਬਣਾ ਕੇ ਕਦੇ ਖਾਧੀ ਆ? ਤੁਸੀਂ ਦੱਸੋ ਵੀ ਕਦੇ ਇਦਾਂ ਦਾ ਕੰਮ ਕੀਤਾ? ਸੋ ਥੋੜਾ ਜਿਹਾ ਸਬਰ ਦੀ ਗੱਲ ਆ ਹੁਣ ਕਮਰ ਗਰੇਵਾਲ ਆ, ਉਹਨੇ ਕਿਸਾਨ ਅੰਦੋਲਨ ਦੇ ਵਿੱਚ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ। ਹੋਰ ਵੀ ਬੜੇ ਕਲਾਕਾਰਾਂ ਦਾ ਯੋਗਦਾਨ ਆ, ਮਿਹਨਤਕਸ਼ ਲੋਕਾਂ ਦਾ, ਵਪਾਰੀਆਂ ਦਾ, ਰਾਜਨੀਤਿਕ ਲੋਕਾਂ ਦਾ, ਮਜ਼ਦੂਰਾਂ ਦਾ, ਸਭ ਦਾ ਯੋਗਦਾਨ ਆ। ਪਰ ਕਮਰ ਗਰੇਵਾਲ ਨੇ ਪੂਰਾ ਸਮਾਂ ਹੀ ਜਿੰਨਾ ਚਿਰ ਅੰਦੋਲਨ ਚੱਲਿਆ ਕਿਸਾਨੀ ਗੀਤ ਦੇ ਲੇਖੇ ਲਾਤਾ, ਉਹਨੇ ਬਸ ਕਮਾਲ ਕਰਤੀ। ਤੇ ਹੁਣ ਇੱਕ ਨਵਾਂ ਗੀਤ ਉਹਨਾਂ ਦਾ ਆ ਰਿਹਾ, ਇਸ ਗੀਤ ਦਾ ਜ਼ਿਕਰ ਆਪ ਮੁਹਾਰੇ ਕਰਨ ਨੂੰ ਜੀ ਕਰਦਾ। ਮੈਨੂੰ ਨਹੀਂ ਪਤਾ ਇਹਦੇ ਵਿਊ 5 ਲੱਖ ਹੋਣੇ ਆ, ਮੈਨੂੰ ਨਹੀਂ ਪਤਾ ਵੀ 2.5 ਮਿਲੀਅਨ ਹੋਣੇ, ਤੇ ਮੈਨੂੰ ਨਹੀਂ ਪਤਾ ਵੀ ਹੋਣੇ ਹੀ ਨਹੀਂ, ਪਰ 2 ਹੱਥਾਂ ਵਾਲਿਓ ਤੁਹਾਨੂੰ ਇੱਕ ਬੂਟੇ ਲਈ ਅਰਜ਼ ਕਰਾਂ। ਵਾਹ। 2 ਹੱਥਾਂ ਵਾਲਿਓ ਤੁਹਾਨੂੰ ਇੱਕ ਬੂਟੇ ਲਈ ਅਰਜ਼ ਕਰਾਂ। ਉਹਨੇ ਗੀਤ ਪੇਸ਼ ਕਰਨਾ ਜੀ, ਜਾਂ ਉਹਨੇ ਗੀਤ ਪੇਸ਼ ਕੀਤਾ ਸਾਉਣ ਦੇ ਚੜ੍ਹਦੇ ਮਹੀਨੇ ਦੇ ਲਈ ਉਹਨਾਂ ਨੇ ਗਾਇਆ ਹੈਗਾ ਗੀਤ। ਪਰ ਇਹ ਗੱਲ ਕਹੀ ਆ ਵੀ ਤੁਸੀਂ ਸਾਰੇ ਬੂਟੇ ਲਾਓ, ਸਾਰੇ ਦਰਖਤ ਲਾਓ, ਤੇ ਮੇਰਾ ਖਿਆਲ ਆ ਵੀ ਕਲਾਕਾਰ ਨੂੰ ਰੁਪਈਏ ਤਾਂ ਕਮਾਉਣੇ ਚਾਹੀਦੇ, ਰੁਪਈਏ ਕਮਾਉਣ ਦਾ ਅਧਿਕਾਰ ਆ, ਹਰ ਬੰਦੇ ਦਾ ਕਮਾਈ ਕਰਨਾ ਹੱਕ ਆ, ਪਰ ਯਾਰ ਉਹਦੇ ਨਾਲ ਨਾਲ ਇਹਨਾਂ ਫਰਜ਼ਾਂ ਦੀ ਪੂਰਤੀ ਵੀ ਕਰਨੀ ਚਾਹੀਦੀ ਆ। ਹੁਣ ਕੋਈ ਉੱਠ ਕੇ ਮੇਰੇ ਕੋਲ ਕਹੇ ਲੈ ਕਮਰ ਗਰੇਵਾਲ ਨੇ ਆਪ ਕਿੰਨੇ ਕੁ ਬੂਟੇ ਲਾਏ ਆ, ਇਹ ਤਾਂ ਹੋ ਗਈ ਮੋੜਵੀਂ ਗੱਲ, ਤੇ ਆਪਾਂ ਆਪ ਕੀ ਕੀਤਾ ਪਹਿਲਾਂ ਇਹ ਦੱਸ ਦਈਏ। ਬਿਲਕੁਲ। ਕਮਰ ਗਰੇਵਾਲ ਤਾਂ ਆਪਦੇ ਪਿੰਡ ਦੇ ਵਿੱਚ ਬੂਟੇ ਲਾ ਰਿਹਾ, ਮੈਨੂੰ ਕੋਈ ਬੰਦਾ ਕਹੇ ਜੀ ਮੈਂ ਲਾਏ ਹੋਣਗੇ, ਪਤਾ ਹੀ ਨਹੀਂ। ਤੁਹਾਨੂੰ ਮੈਂ ਪੁੱਛਾਂ ਵੀ ਤੁਸੀਂ ਕਿੰਨੇ ਕੁ ਲਾਏ ਆ, ਗੱਲ ਇਹ ਆ ਵੀ ਆਪਣੇ ਆਪ ਨੂੰ ਉੱਤਰ ਦਿਓ ਕਿ ਮੈਂ ਕਿੰਨੇ ਕੁ ਲਾਏ ਆ। ਹੁਣ ਆਪਾਂ ਉੱਤਰਦੇ ਰਹੀਏ, ਸਾਡੇ ਕੋਲ ਤਾਂ ਜਗ੍ਹਾ ਹੈ ਨਹੀਂ, ਸੜਕਾਂ ਦੇ ਕਿਨਾਰਿਆਂ ਤੇ ਲਾ ਲਓ, ਵਿਹਲੀ ਥਾਂ ਤੇ ਕਿਤੇ ਜਾ ਕੇ ਲਾ ਲਓ, ਕੁਛ ਨਾ ਕੁਛ ਤਾਂ ਕਰੀਏ। ਸਾਹ ਕੱਲਾ ਕਮਰ ਗਰੇਵਾਲ ਨੇ ਨਹੀਂ ਲੈਣਾ, ਸਾਹ ਅਸੀਂ ਵੀ ਲੈਣਾ, ਤੁਸੀਂ ਵੀ ਲੈਣਾ, ਸਾਰਿਆਂ ਨੇ ਲੈਣਾ। ਰੁੱਖਾਂ ਦੀ ਲੋੜ ਕੱਲੇ ਕਮਰ ਗਰੇਵਾਲ ਨੂੰ ਨਹੀਂ ਹੈ, ਉਹਨਾਂ ਨੇ ਕੱਲੀ ਆਪਣੀ ਗੱਡੀ ਛਾਂ 'ਚ ਖੜੀ ਨਹੀਂ ਕਰਨੀ, ਉਹ ਮੈਂ ਵੀ ਕਰਨੀ, ਤੁਸੀਂ ਵੀ ਕਰਨੀ ਹੈ। ਇਹਨਾਂ ਰੁੱਖਾਂ ਦੀ, ਇਹਨਾਂ ਫਲਾਂ ਦੀ, ਇਹਨਾਂ ਬੂਟਿਆਂ ਦੀ ਹਮੇਸ਼ਾ ਸਾਰਿਆਂ ਨੂੰ ਜ਼ਰੂਰਤ ਹੈ, ਔਰ ਕੱਲੀ ਸਾਡੇ ਤੱਕ ਨਹੀਂ, ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹਦੀ ਲੋੜ ਹੈ। ਨਹੀਂ ਤਾਂ ਜੋ ਕੁਝ ਅਸੀਂ ਹਾਲਾਤ ਕਰਦੇ ਪਏ ਆ ਨਾ, ਉਹ ਵੇਲਾ ਦੂਰ ਨਹੀਂ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਪਿੱਠ ਦੇ ਉੱਤੇ ਇੱਕ ਆਕਸੀਜਨ ਦਾ ਸਿਲੰਡਰ ਚੁੱਕ ਕੇ ਤੇ ਫਿਰ ਉਹ ਤੁਰਿਆ ਫਿਰਿਆ ਕਰਨਗੀਆਂ। ਸੋ ਜੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਇਹ ਕਸ਼ਟ ਨਾ ਕਰਨਾ ਪਏ, ਤਾਂ ਅੱਜ ਆਪਣੀ ਜ਼ਿੰਮੇਵਾਰੀ ਨੂੰ ਅਸੀਂ ਪਛਾਣੀਏ। ਸਾਡੇ ਬਜ਼ੁਰਗਾਂ ਨੇ ਇਹੋ ਜਿਹੀ ਧਰਤੀ ਸਾਨੂੰ ਨਹੀਂ ਸੀ ਸੌਂਪੀ, ਅਸੀਂ ਇਹ ਸੋਚੀਏ ਕਿ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਕਿਹੋ ਜਿਹੀ ਧਰਤੀ ਸੌਂਪ ਕੇ ਜਾ ਰਹੇ ਹਾਂ। ਸੋ ਆਪੋ ਆਪਣੀ ਜ਼ਿੰਮੇਵਾਰੀ ਨੂੰ ਪਛਾਣੀਏ। ਇਹ ਗੱਲਾਂ ਕੋਈ ਕਹਿਣ ਵਾਲੀਆਂ ਹੁੰਦੀਆਂ ਨਹੀਂ ਆ, ਪਰ ਅਫਸੋਸ ਅੱਜ ਇਹ ਗੱਲਾਂ ਸਮਝਾਉਣੀਆਂ ਪੈ ਰਹੀਆਂ ਨੇ ਕਿ ਰੁੱਖ ਲਾਓ ਲਾਓ ਲਾਓ, ਸਾਨੂੰ ਰੁੱਖਾਂ ਦੀ ਲੋੜ ਹੈ। ਅਸੀਂ ਤੁਸੀਂ ਸਾਰਿਆਂ ਨੇ ਕਿਤਾਬਾਂ 'ਚ ਪੜ੍ਹਿਆ ਆਕਸੀਜਨ ਕਿੰਨੀ ਜ਼ਰੂਰੀ ਹੈ, ਰੁੱਖਾਂ ਦੇ ਕੀ ਕੀ ਫਾਇਦੇ ਨੇ, ਫਲਾਂ ਦੇ ਕੀ ਕੀ ਫਾਇਦੇ ਨੇ, ਸਾਰਿਆਂ ਨੇ ਪੜ੍ਹਿਆ, ਪਰ ਕਿੰਨਿਆਂ ਕੁ ਨੇ ਮੰਨਿਆ, ਇਹ ਮਾਇਨੇ ਰੱਖਦਾ। ਬਿਲਕੁਲ। ਤੇ ਅਗਲੀ ਗੱਲ ਇਹ ਹੈ ਵੀ ਜੋ ਅਸੀਂ ਹੁਣ ਤੱਕ ਕਿਤਾਬਾਂ ਦੇ ਵਿੱਚ ਪੜ੍ਹਦੇ ਰਹੇ ਹਾਂ, ਕੀ ਉਹ ਸਿਰਫ 5 ਅੰਕ ਲੈਣ ਲਈ ਪੜ੍ਹਦੇ ਰਹੇ ਹਾਂ, ਜਾਂ ਇੱਥੇ ਪੰਜਾਬ ਨੂੰ ਹਰਿਆ ਭਰਿਆ ਸੱਚੀ ਮੁੱਚੀ ਬਣਾਉਣ ਲਈ ਵੀ ਕਦੇ ਪੜ੍ਹਿਆ? ਇਹਦੇ ਵੱਲ ਗੌਰ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਰੁੱਖ ਨਹੀਂ ਲਾਉਂਦੇ, ਜੇਕਰ ਤੁਸੀਂ ਹਵਾ ਦੀ ਸੰਭਾਲ ਨਹੀਂ ਕਰਦੇ, ਜੇਕਰ ਤੁਸੀਂ ਪਾਣੀ ਨੂੰ ਪਲੀਤ ਕਰਦੇ ਹੋ, ਜੇਕਰ ਤੁਸੀਂ ਧਰਤੀ ਦੀ ਕਦਰ ਨਹੀਂ ਕਰਦੇ, ਤਾਂ ਮਤਲਬ ਤੁਸੀਂ ਗੁਰੂ ਸਾਹਿਬਾਨ ਦੇ ਦੋਖੀ ਆ। ਬੰਦਾ ਬੰਦੇ ਦਾ ਦੋਖੀ ਤਾਂ ਚਲੋ 100 ਵਾਰੀ ਹੋਵੇ, ਤੁਸੀਂ ਗੁਰੂ ਸਾਹਿਬਾਨ ਦੇ ਫਲਸਫੇ ਦੇ ਵਿਚਾਰਧਾਰਾ ਦੇ ਵੀ ਦੋਖੀ ਆ। ਤੁਸੀਂ ਕੋਈ ਹੈ ਨਹੀਂ ਵੀ ਭਾਈ ਅਸੀਂ ਸਿੱਖ ਭਾਈਚਾਰੇ ਵਾਲੇ ਆ, ਅਸੀਂ ਉੱਤਮ ਸੋਚ ਵਾਲੇ ਆ, ਅਸੀਂ ਮਨੁੱਖਤਾ ਦੇ ਕਦਰਦਾਨ ਆ। ਜੇਕਰ ਮਨੁੱਖਤਾ ਦੀ ਕਦਰ ਕਰਦੇ ਹੋ, ਜੇਕਰ ਕੁਦਰਤ ਦੀ ਕਦਰ ਕਰਦੇ ਹੋ, ਤਾਂ ਫਿਰ ਜੋ ਬਾਬੇ ਨਾਨਕ ਨੇ ਕਿਹਾ ਉਹਦੇ ਉੱਤੇ ਅਮਲ ਵੀ ਕਰਨਾ ਚਾਹੀਦਾ। ਬਿਲਕੁਲ ਸਹੀ। ਔਰ ਇਹਦੇ ਨਾਲ ਹੀ ਇੱਕ ਬੇਨਤੀ ਟਾਣਾ ਸਾਹਿਬ ਅਧਿਆਪਕ ਸਾਹਿਬਾਨਾਂ ਨੂੰ ਵੀ ਮੈਂ ਇੱਥੇ ਜ਼ਰੂਰ ਕਰਨਾ ਚਾਹੁੰਦੀ ਹਾਂ। ਅਸੀਂ ਅਕਸਰ ਵੇਖਦੇ ਹਾਂ ਜਦੋਂ ਨਿਆਣਿਆਂ ਨੂੰ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਨੇ ਨਾ,
ਹਨਾ, ਉਦੋਂ ਖੈਰ ਉਹ ਮੌਸਮ ਨਹੀਂ ਹੁੰਦਾ ਬੂਟੇ ਬੀਜਣ ਵਾਲਾ, ਪਰ ਉਦੋਂ ਅਕਸਰ ਆਪਾਂ ਵੇਖਦੇ ਨਿਆਣਿਆਂ ਨੂੰ ਕੰਮ ਦਿੱਤਾ ਜਾਂਦਾ ਨਾ ਵੀ ਅੰਬ ਦਾ ਪੱਤਾ ਜਿਹੜਾ ਉਹ ਕਾਪੀ ਤੇ ਚਿਪਕਾਓ ਤੇ ਲਿਖੋ ਉੱਤੇ ਹਨਾ ਵੀ ਇਹ ਅੰਬ ਦਾ ਪੱਤਾ ਆ, ਫਿਰ ਹੋਰ ਜਿਹੜੇ ਰੁੱਖ ਨੇ ਕੋਈ ਵੀ 5 ਰੁੱਖ ਉਹਨਾਂ ਦੇ ਪੱਤੇ ਚਿਪਕਾ ਕੇ ਲੈ ਕੇ ਆਓ, ਇਦਾਂ ਦੇ ਕਈ ਸੌ ਕੰਮ ਦਿੱਤੇ ਜਾਂਦੇ ਨੇ ਨਿਆਣਿਆਂ ਨੂੰ ਹਨਾ। ਤੇ ਉਹਦੇ ਨਾਲੋਂ ਆ ਸਾਉਣ ਦਾ ਮਹੀਨਾ ਚੜ੍ਹਨ ਵਾਲਾ ਹੀ ਹੈ, ਤੇ ਉਸ ਤੋਂ ਬਾਅਦ ਵਿੱਚ ਆਪਾਂ ਜਾਣਦੇ ਹਾਂ ਕਿ ਬਰਸਾਤਾਂ ਜਿਹੜੀਆਂ ਇਸ ਮੌਸਮ ਦੇ ਵਿੱਚ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ, ਛੇਤੀ ਵੱਡੇ ਹੁੰਦੇ ਨੇ ਹਨਾ। ਸੋ ਉਦੋਂ ਅਧਿਆਪਕ ਸਾਹਿਬਾਨਾਂ ਨੂੰ ਇਹ ਬੇਨਤੀ ਹੈ ਕਿ ਨਾ ਬੱਚਿਆਂ ਨੂੰ ਇਹ ਕੰਮ ਦਿੱਤਾ ਜਾਏ ਕਿ ਬੱਚਿਓ ਤੁਸੀਂ ਬੂਟੇ ਲਾਉਣੇ ਨੇ, ਤੇ ਉਸ ਤੋਂ ਬਾਅਦ ਵਿੱਚ ਉਹ ਬੂਟੇ ਦੇ ਵੱਡੇ ਹੋਇਆਂ ਦੀ ਫੋਟੋ ਆਪਣੇ ਮਾਪਿਆਂ ਨੂੰ ਕਹੋ ਵੀ ਫੋਨ ਰਾਹੀਂ ਖਿੱਚ ਕੇ ਸਾਡੇ ਤਾਈਂ ਪਹੁੰਚਾਓ, ਤੇ ਅਸੀਂ ਤੁਹਾਨੂੰ ਉਹਦੇ 10-10 15-15 5-5 ਅੰਕ ਦੇਵਾਂਗੇ। ਇਹਦੇ ਨਾਲ ਬੱਚਿਆਂ ਨੂੰ ਆਦਤ ਪਊਗੀ ਕਿ ਅਸੀਂ ਬੂਟੇ ਲਾਈਏ, ਤੇ ਬੱਚੇ ਦਾ ਬੂਟੇ ਨਾਲ ਪਿਆਰ ਵੀ ਹੋਊਗਾ। ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ, ਨਵਜੋਤ ਸਿੰਘ ਸਿੱਧੂ ਦੀ ਖਬਰ ਫੇਰ ਸਾਹਮਣੇ ਆ ਗਈ ਹੈ ਜੀ। ਪਤਾ ਲੱਗਾ ਵੀ ਪਟਿਆਲੇ ਵਾਲੀ ਜੇਲ੍ਹ ਦੇ ਵਿੱਚ ਵਿਵਾਦ ਪੈਦਾ ਹੋ ਗਿਆ। ਹਾਂਜੀ, ਪਹਿਲਾਂ ਤਾਂ ਇਹ ਲੱਗਦਾ ਸੀ ਵੀ ਹੁਣ ਨਵਜੋਤ ਸਿੰਘ ਸਿੱਧੂ ਦੀ ਖਬਰ ਆਉਣੀ ਹੀ ਨਹੀਂ, ਕਿਉਂਕਿ ਜਦੋਂ ਬੰਦਾ ਕੋਈ ਜੇਲ੍ਹ ਦੇ ਵਿੱਚ ਹੋਵੇ ਉਹਨੂੰ ਟੱਬਰ ਦੇ ਜੀ ਮਿਲਣ ਜਾਂਦੇ ਆ, ਦੁੱਖ ਸੁੱਖ ਹਾਲ ਚਾਲ ਪੁੱਛਣ ਜਾਂਦੇ ਆ, ਜਾਂ ਉਹਨੂੰ ਪਾਰਟੀ ਦੇ ਵਰਕਰ ਮਿਲਣ ਜਾਂਦੇ ਹੋਣਗੇ, ਜਾਂ ਦੋਸਤ ਮਿੱਤਰ ਸਕੇ ਸੰਬੰਧੀ ਹੋਰ ਜਾਂਦੇ ਹੋਣਗੇ, ਵੀ ਖਬਰ ਕਿਹੜਾ ਹੋਣੀ, ਵੀ ਉੱਥੇ ਕਿਹੜਾ ਪ੍ਰੈਸ ਕਾਨਫਰੰਸ ਹੋ ਸਕਦੀ ਹੈ, ਉੱਥੋਂ ਕਿਹੜਾ ਚੈਨਲ ਦੇ ਉੱਤੇ ਇੰਟਰਵਿਊ ਹੋ ਸਕਦੀ ਹੈ। ਪਰ ਸਿੱਧੂ ਸਾਹਿਬ ਦੀ ਖਬਰ ਫੇਰ ਵੀ ਆ ਗਈ ਹੈ। ਜੀ ਬਿਲਕੁਲ ਆ ਗਈ। ਕੱਲ ਸਵੇਰ ਦੇ ਵੇਲੇ ਤੋਂ ਖਬਰਾਂ ਆਉਣ ਲੱਗ ਪਈਆਂ ਵੀ ਸਿੱਧੂ ਸਾਹਿਬ ਦਾ ਵਿਵਾਦ ਬੈਰਕ ਵਿਚਲੇ ਬਾਕੀ ਕੈਦੀਆਂ ਦੇ ਨਾਲ ਹੋ ਗਿਆ। ਸਿੱਧੂ ਸਾਹਿਬ ਨੇ ਇਹ ਗੱਲ ਕਹੀ ਵੀ ਭਾਈ ਇਹਨਾਂ ਨੇ ਨਾ ਮੇਰੇ ਜਿਹੜਾ ਕਾਰਡ ਹੁੰਦਾ ਉਹਦੇ ਉੱਤੇ ਰਾਸ਼ਨ ਦੀ ਖਰੀਦਦਾਰੀ ਕਰ ਲਈ ਆ। ਅੱਛਾ ਜੀ। ਜੇਲ੍ਹ ਦੇ ਵਿੱਚ ਨਕਦ ਨਹੀਂ ਪੈਸੇ ਚੱਲਦੇ ਵੀ ਭਾਈ ਆਹ ਲੈ ਪੈਸੇ ਤਾਂ ਮੈਨੂੰ ਰਾਸ਼ਨ ਦੇ ਦਿਓ, ਆਹ ਲੋ ਪੈਸੇ ਮੈਨੂੰ ਰਾਸ਼ਨ ਦੇ ਦਿਓ, ਜੋ ਵੀ ਤੁਸੀਂ ਲੈਣਾ ਕੰਟੀਨ ਤੋਂ ਉਹਦੇ ਲਈ ਜਿਵੇਂ ਆਪਾਂ ਕਰਦੇ ਨਹੀਂ ਹੁੰਦੇ ਵੀ ਮੋਬਾਈਲ 'ਚ ਪੈਸੇ ਪਵਾ ਲੈਂਦੇ ਆ ਵੀ 500 ਰੁਪਈਆ ਪਵਾ ਲਿਆ, ਉਹਦੇ ਵਿੱਚੋਂ 50 ਕੱਟੇ ਗਏ, 20 ਕੱਟੇ ਗਏ, 10 ਕੱਟੇ ਗਏ, ਐ ਮੁੱਕਦੇ ਜਾਂਦੇ ਆ। ਉਵੇਂ ਹੀ ਅਸੀਂ ਕਾਰਡ ਨੂੰ ਵਿੱਚ ਪੈਸੇ ਪਵਾ ਲੈਂਦੇ ਆ, 2000 ਪਵਾ ਲਿਆ, ਜਿੰਨਾ ਵੀ ਪਵਾ ਲਿਆ, ਉਹ ਹੌਲੀ ਹੌਲੀ ਵਿੱਚੋਂ ਕੱਟੇ ਜਾਂਦੇ ਵੀ ਭਾਈ ਕਿੰਨੇ ਦਾ ਰਾਸ਼ਨ ਲਿਆ, ਕੱਟੇ ਗਏ। ਉਹ ਕਹਿੰਦੇ ਵੀ ਨਾਲ ਦੇ ਕੈਦੀਆਂ ਨੇ ਮੈਨੂੰ ਬਿਨਾਂ ਪੁੱਛੇ ਮੇਥੋਂ ਜਿਹੜਾ ਰਾਸ਼ਨ ਲੈ ਲਿਆ। ਅੱਛਾ ਜੀ, ਮੇਰੇ ਕਾਰਡ ਤੋਂ। ਪਰ ਜਿਹੜੇ ਕੈਦੀ ਆ ਉਹ ਕਹਿੰਦੇ ਵੀ ਭਾਈ ਇਹ ਤੂੰ ਤੜਾਕ ਬਹੁਤ ਕਰਦੇ ਆ, ਅੱਛਾ ਇਹ ਇੱਥੇ ਹਟਦੇ ਨਹੀਂਗੇ, ਅਸੀਂ ਨਾਲ ਨਹੀਂ ਰਹਿਣਾ। ਫਿਰ ਪਤਾ ਲੱਗਾ ਵੀ 2-3 ਕੈਦੀਆਂ ਨੂੰ ਇਹਨਾਂ ਦੀ ਬੈਰਕ ਦੇ ਵਿੱਚੋਂ ਬਦਲ ਵੀ ਦਿੱਤਾ ਗਿਆ। ਫਿਰ ਜੇਲ੍ਹ ਮੰਤਰੀ ਸਾਹਿਬ ਦਾ ਬਿਆਨ ਆਇਆ, ਉਹ ਕਹਿੰਦੇ ਵੀ ਕੋਈ ਬਾਹਲਾ ਵੱਡਾ ਮੁੱਦਾ ਨਹੀਂ ਸੀਗਾ, ਇਹ ਗੱਲ ਐਵੇਂ ਵਧਾਈ ਨਾ ਜਾਵੇ, ਇਹ ਮਸਲਾ ਛੋਟਾ ਸੀਗਾ, ਕੈਦੀਆਂ ਦੀਆਂ ਬੈਰਕਾਂ ਬਦਲਦੀਆਂ ਰਹਿੰਦੀਆਂ, ਇਹ ਕੋਈ ਵੱਡੀ ਗੱਲ ਹੈ ਨਹੀਂਗੀ। ਪਰ ਉਹ ਕਹਿੰਦੇ ਵੀ ਸਿੱਧੂ ਸਾਹਿਬ ਦਾ ਇਹ ਰੌਲਾ ਸੀਗਾ ਵੀ ਭਾਈ ਉਹਨਾਂ ਦਾ ਕਾਰਡ ਨਜਾਇਜ਼ ਵਰਤ ਲਿਆ ਗਿਆ, ਬਿਨਾਂ ਪੁੱਛੇ ਵਰਤ ਲਿਆ ਗਿਆ। ਗੱਲ ਇਹ ਹੈ ਟੈਣਾ ਸਾਹਿਬ, ਗੱਲ ਜਿਹੜੀ ਸੱਚੀ ਹੈ ਇਹ ਤਾਂ ਚਲੋ ਕੋਈ ਕੁਝ ਕਹਿ ਨਹੀਂ ਸਕਦਾ, ਇਹ ਤਾਂ ਜਿਨ੍ਹਾਂ ਨਾਲ ਬੀਤੀ ਆ ਉਹਨਾਂ ਨੂੰ ਪਤਾ ਹੈ ਸੱਚ ਕੀ ਹੈ ਤੇ ਝੂਠ ਕੀ ਹੈ। ਪਰ ਜੇ ਦੋਵੇਂ ਪੱਖਾਂ ਦੀ ਆਪਾਂ ਗੱਲ ਕਰੀਏ, ਜੇਕਰ ਉਹਨਾਂ ਨੇ ਇਸ ਤਰੀਕੇ ਨਾਲ ਕਾਰਡ ਵਰਤਿਆ ਤਾਂ ਉਹ ਗਲਤ ਗੱਲ ਹੈ। ਜਿਹਦਾ ਕਾਰਡ ਹੈ ਇਹ ਉਹੀ ਵਰਤੇ, ਕਿਸੇ ਹੋਰ ਨੂੰ ਨਹੀਂ ਵਰਤਣਾ ਚਾਹੀਦਾ, ਕਿਸੇ ਹੋਰ ਨੂੰ ਕਿਸੇ ਦੇ ਪੈਸੇ ਨਹੀਂ ਖਰਚਣੇ ਚਾਹੀਦੇ। ਪਰ ਦੂਜੇ ਬੰਨੇ ਜੇਕਰ ਜੋ ਕੈਦੀਆਂ ਨੇ ਕਿਹਾ ਵੀ ਤੂੰ ਤੜਾਕ ਬਹੁਤ ਕਰਦੇ ਨੇ, ਤਾਂ ਜੇਕਰ ਇਦਾਂ ਹੈ ਤਾਂ ਸਿੱਧੂ ਸਾਹਿਬ ਨੂੰ ਤੂੰ ਤੜਾਕ ਵੀ ਨਹੀਂ ਕਰਨਾ ਚਾਹੀਦਾ। ਦੇਖੋ, ਇੱਜ਼ਤ ਕਰੋ ਤਾਂ ਇੱਜ਼ਤ ਕਰਵਾਓ, ਜੀ ਕਹੋ ਜੀ ਕਹਾਓ, ਹਨਾ। ਇਸ ਲਈ ਤੂੰ ਤੜਾਕ ਹਰ ਕਿਤੇ ਨਹੀਂ ਚੱਲਦੀ ਹੁੰਦੀ। ਇਹ ਤਾਂ ਗੱਲ ਸਹੀ ਆ, ਪਰ ਇਹ ਹੈ ਵੀ ਬੈਰਕ ਦੇ ਵਿੱਚ ਬੈਠ ਕੇ ਨਾ ਉਹ ਕਾਗਜ਼ਾਂ ਪੱਤਰਾਂ ਵਾਲਾ ਕੰਮ ਕਰਦੇ ਆ, ਕਿਉਂਕਿ ਸੁਰੱਖਿਆ ਦੇ ਕਾਰਨ ਕਰਕੇ ਵੀ ਉਹਨਾਂ ਨੂੰ ਬੈਰਕ ਦੇ ਵਿੱਚੋਂ ਬਾਹਰ ਨਹੀਂ ਜਾਣ ਦਿੰਦੇ। ਉਹ ਜਿਹੜੇ ਨਾਲ ਦੇ ਕੈਦੀ ਉਹੀ ਮਦਦ ਕਰ ਦਿੰਦੇ ਆ। ਹੋ ਸਕਦਾ ਮਦਦ ਦੇ ਬਦਲੇ ਉਹਨਾਂ ਨੇ ਕਿਹਾ ਹੋਵੇ ਹੁਣ ਤਾਂ ਘਰ ਦੀ ਗੱਲ ਹੀ ਆ, ਆ 500 ਦਾ ਰਾਸ਼ਨ ਮੈਂ ਵੀ ਲਿਆਵਾਂ ਜੀ। ਪਰ ਇਦਾਂ ਨਹੀਂ ਕਰਨਾ ਚਾਹੀਦਾ, ਨਾ ਪੁੱਛ ਕੇ ਕਰ ਲਓ, ਕਿਸੇ ਦੇ ਇਦਾਂ ਚੋਰੀ ਨਹੀਂ ਕਰਨਾ ਚਾਹੀਦਾ। ਪਰ ਜੇ ਤੂੰ ਤੜਾਕ ਵਾਲੀ ਗੱਲ ਵੀ ਹੈ ਤਾਂ ਉਹ ਵੀ ਨਹੀਂ ਕਰਨਾ ਚਾਹੀਦਾ, ਮਾੜੀ ਗੱਲ ਹੈ। ਬਿਲਕੁਲ। ਤੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸਾਰਾ ਕੁਝ ਸਹੀ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਤੇ ਉਹ ਖਬਰਾਂ ਆਉਣੀਆਂ ਬੰਦ ਹੋਣ ਕਿ ਇੱਥੋਂ ਨਸ਼ਾ ਫੜਿਆ ਗਿਆ, ਇੱਥੋਂ ਸਰਿੰਜਾਂ ਫੜੀਆਂ ਗਈਆਂ, ਇੱਥੋਂ ਫੋਨ ਫੜੇ ਗਏ, ਇੱਥੋਂ ਵੀਡੀਓ ਸਾਹਮਣੇ ਆਈਆਂ। ਇਹ ਖਬਰਾਂ ਸੁਣ ਪੜ ਲੋਕ ਹੁਣ ਉਕਤਾ ਗਏ ਨੇ, ਬਹੁਤ ਹੋ ਗਿਆ, ਸੁਧਾਰ ਘਰ ਉਹਨੂੰ ਸੁਧਾਰ ਘਰ ਹੀ ਰਹਿਣ। ਮੇਰੀ ਤਾਂ ਇੱਕ ਬੇਨਤੀ ਹੈ ਸਾਡੇ ਅਧਿਕਾਰੀਆਂ ਨੂੰ, ਉਹ ਭਾਵੇਂ ਕਿਸੇ ਵੀ ਸੂਬੇ ਦੇ ਆ, ਵੀ ਤੁਸੀਂ ਇਹ ਤਾਂ ਗੱਲ ਕਹਿੰਦੇ ਆ ਵੀ ਭਾਈ ਅਸੀਂ ਗੈਂਗਸਟਰ ਦੇ ਕੋਲੋਂ ਫਲਾਣੇ ਬੰਦੇ ਦੇ ਕੋਲੋਂ ਪੁੱਛਗਿੱਛ ਕੀਤੀ, ਉਹਨੇ ਕਿਹਾ ਜੀ ਕਿ ਅਸੀਂ ਯੋਜਨਾ ਐ ਬਣਾਈ, ਉਹਨੇ ਇਹ ਦੱਸਿਆ ਜੀ ਕਿ ਅਸੀਂ ਪਹਿਲਾਂ ਇਹਦੀ ਡਿਊਟੀ ਲਾਈ ਸੀ, ਫਿਰ ਇਹਨੇ ਆਹ ਕਤਲ ਕੀਤਾ, ਫਿਰ ਇਹਨੇ ਉਹਦੀ ਫਰੌਤੀ ਮੰਗੀ ਆ। ਉਹ ਜੇਲ੍ਹ ਦੇ ਵਿੱਚ ਬੈਠੇ ਕਿਵੇਂ ਐਂ ਕਰੀ ਗਏ ਤੇ ਤੁਹਾਡੀਆਂ ਹੀ ਜੇਲ੍ਹਾਂ ਤੇ ਉਹ ਅੰਦਰ ਕਿਵੇਂ ਚੱਲਦਾ ਰਿਹਾ। ਇਹ ਜਿਹੜੇ ਵੀ ਅਧਿਕਾਰੀ ਆ, ਪਹਿਲਾਂ ਕਾਰਵਾਈ ਤਾਂ ਉਹਦੇ ਗੈਂਗਸਟਰ ਤੋਂ ਉਹਨਾਂ ਦੇ ਉੱਤੇ ਹੋਣੀ ਚਾਹੀਦੀ ਆ ਵੀ ਉਹਨਾਂ ਨੇ ਇਹ ਕੁਝ ਕਰਨ ਕਿਵੇਂ ਦਿੱਤਾ। ਜੇ ਉਹ ਜੇਲ੍ਹ ਦੇ ਵਿੱਚ ਇਦਾਂ ਦਾ ਕੰਮ ਕਰਦੇ ਆ ਤਾਂ ਸਭ ਤੋਂ ਪਹਿਲੀ ਲੜਾਈ ਤਾਂ ਆਪਣੀ ਆ ਵੀ ਆਪਣੀਆਂ ਜੇਲ੍ਹਾਂ ਦਾ ਕੰਮ ਪ੍ਰਬੰਧ ਵਧੀਆ ਨਹੀਂ ਹੈਗਾ, ਸਹੀ ਨਹੀਂ ਹੈਗਾ। ਉੱਥੇ ਸਭ ਕੁਝ ਮੌਜਾਂ ਨਾਲ ਚੱਲਦਾ, ਆਪਾਂ ਘਟਨਾ ਵਾਪਰਨ ਤੋਂ ਬਾਅਦ ਕਹਿੰਦੇ ਆ ਪੁੱਛਗਿੱਛ ਕੀਤੀ, ਇਹਨੇ ਆ ਵੀ ਮੰਨਿਆ, ਇਹਨੇ ਆ ਵੀ ਮੰਨਿਆ, ਇਹਨੇ ਉਹ ਵੀ ਮੰਨਿਆ, ਅੰਦਰ ਸਾਰਾ ਕੁਝ ਚੱਲੀ ਕਿਵੇਂ ਜਾਂਦਾ, ਪਹਿਲਾਂ ਇਹ ਗੱਲ ਸਾਫ਼ ਹੋਣੀ ਚਾਹੀਦੀ ਹੈ। ਬਿਲਕੁਲ ਸਹੀ ਹੈ। ਇਹ ਸਭ ਤੋਂ ਵੱਡਾ ਲੂਪ ਹੋਲਾ ਜਿਹੜਾ ਲੋਕੀ ਚਾਹੁੰਦੇ ਨੇ ਵੀ ਇਹਦਾ ਜਵਾਬ ਮਿਲੇ ਸਾਨੂੰ। ਹਾਜ਼ਰ ਹੈ ਜੱਜ ਦਾ ਵਿਚਾਰ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਨਾਲ ਨੇ ਹਰਮਨ ਜੀ।
ਤੇ ਹੁਣ ਟੈਣਾ ਸਾਹਿਬ ਆਪਾਂ ਕਿਸਾਨੀ ਨਾਲ ਜੁੜੀ ਹੋਈ ਖਬਰ ਦੀ ਸਾਂਝ ਪਾਈਏ। ਬਿਲਕੁਲ ਆਪਾਂ ਸਰ। ਪਿਛਲੇ ਦਿਨੀ ਵੀ ਇਹ ਖਬਰ ਸਾਂਝੀ ਕੀਤੀ ਸੀ ਕਿ ਗੁਲਾਬੀ ਸੁੰਡੀ ਦਾ ਕਹਿਰ ਇੱਕ ਵਾਰ ਫਿਰ ਤੋਂ ਸਾਹਮਣੇ ਆ ਰਿਹਾ ਹੈ। ਕਿਸਾਨ ਵਿਚਾਰੇ ਇੰਨੇ ਤੰਗ ਨੇ, ਇੰਨੇ ਪਰੇਸ਼ਾਨ ਨੇ। ਇੱਕ ਚਿੱਟੀ ਮੱਖੀ ਹੈ, ਇੱਕ ਗੁਲਾਬੀ ਸੁੰਡੀ ਹੈ, ਜਿਹਦੇ ਕਰਕੇ ਉਹ ਆਪਣਾ ਨਰਮਾ ਵਾਹੁਣ ਨੂੰ ਮਜਬੂਰ ਹੋਏ ਨੇ। ਉਹਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ। ਦੇਖੋ ਪਹਿਲੀ ਗੱਲ ਤਾਂ ਹਰਮਨ ਜੀ ਇਹ ਹੈ ਵੀ ਸਰਕਾਰਾਂ ਕਹਿੰਦੀਆਂ ਵੀ ਖੇਤੀਬਾੜੀ ਦਾ ਬਦਲਵਾਂ ਪ੍ਰਬੰਧ ਕਰੋ ਜੀ, ਫਸਲੀ ਵਿਭਿੰਨਤਾ ਹੋਣੀ ਚਾਹੀਦੀ ਹੈ, ਹੋਰ ਫਸਲਾਂ ਦੀ ਬਿਜਾਈ ਕਰੋ ਤੇ ਤੁਸੀਂ ਝੋਨੇ ਤੇ ਕਣਕ ਦੇ ਫਸਲੀ ਚੱਕਰ ਦੇ ਵਿੱਚੋਂ ਬਾਹਰ ਨਿਕਲੋ। ਜੀ, ਅਸੀਂ ਵੀ ਇਸ ਗੱਲ ਦੇ ਹਾਮੀ ਆ ਵੀ ਭਾਈ ਬਾਹਰ ਨਿਕਲੋ, ਪਰ ਕਿਸਾਨ ਨੂੰ ਚੰਗਾ ਬੀਜ, ਚੰਗੀਆਂ ਖਾਦਾਂ, ਚੰਗੀਆਂ ਸਪਰੇਹਾਂ ਤਾਂ ਫਿਰ ਸਰਕਾਰਾਂ ਨੇ ਮੁਹੱਈਆ ਕਰਵਾਉਣੀਆਂ। ਬਿਲਕੁਲ। ਜਿਹੜੀਆਂ ਕੰਪਨੀਆਂ ਉਹਦਾ ਸ਼ਿਕੰਜਾ ਤਾਂ ਸਰਕਾਰਾਂ ਨੇ ਕਸਣਾ ਕਿ ਜਾਂ ਫਿਰ ਕਿਸਾਨ ਜਿਹੇ ਕਸਣ ਉਹਨਾਂ ਦਾ ਸ਼ਿਕੰਜਾ। ਕਿਸਾਨ ਨੂੰ ਕਦੇ ਨਕਲੀ ਬੀਜ ਮਿਲ ਜਾਂਦਾ, ਕਦੇ ਨਕਲੀ ਖਾਦ ਮਿਲਦੀ ਹੈ, ਕਦੇ ਨਕਲੀ ਸਪਰੇਹਾਂ ਮਿਲਦੀਆਂ। ਹਾਲੇ ਤੱਕ ਤਾਂ ਗੁਲਾਬੀ ਸੁੰਡੀ ਨਹੀਂ ਮੁੱਕੀ ਗਈ। ਆ ਪਿਛਲੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੀ, ਉਦੋਂ ਗੁਲਾਬੀ ਸੁੰਡੀ ਨੇ ਕਿੰਨਾ ਵੱਡਾ ਕਹਿਰ ਢਾਇਆ। ਮਾਲਵਾ ਪੱਟੀ ਦੇ ਵਿੱਚ ਲਗਾਤਾਰ ਨਰਮੇ ਹੇਠਲਾ ਖੇਤਰਫਲ ਘਟ ਰਿਹਾ। ਉਹ ਤਾਂ ਘਟ ਰਿਹਾ ਕਿਉਂਕਿ ਇਹਦੇ ਚੋਂ ਮੁਨਾਫਾ ਨਹੀਂਗਾ। ਆ ਹੁਣ ਕਿੰਨੇ ਕਿਸਾਨ ਆ, ਕਿੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਆ ਜਿਨ੍ਹਾਂ ਨੇ ਆਪਣਾ ਨਰਮਾ ਵਾਹਤਾ, ਜਿਨ੍ਹਾਂ ਨੇ ਨਰਮੇ ਦੇ ਬੂਟੇ ਪੱਟਤੇ ਆ। ਉਹ ਕਿਉਂ ਪੱਟਤੇ ਆ? ਉਹਨਾਂ ਨੇ ਪਹਿਲਾਂ ਤਾਂ ਦੇਖੋ ਆਪਦਾ ਖੇਤ ਫਸਲਯੋਗ ਬਣਾਇਆ, ਉਸ ਤੋਂ ਬਾਅਦ ਉਹਨਾਂ ਨੇ ਬੀਜ ਲਿਆਂਦਾ, ਉਸ ਤੋਂ ਬਾਅਦ ਬਿਜਾਈ ਦਾ ਖਰਚਾ, ਉਸ ਤੋਂ ਬਾਅਦ ਪਾਲਣ ਦਾ ਖਰਚਾ, ਤੇ ਹੁਣ ਉਹਨਾਂ ਨੂੰ ਪੱਟਣਾ ਪੈ ਗਿਆ। ਸਪਰੇਆਂ ਕਰ ਕਰਕੇ ਵਿਚਾਰੇ ਟੁੱਟ ਗਏ। ਬਿਲਕੁਲ। ਨਾ ਗੁਲਾਬੀ ਸੁੰਡੀ ਮੁੱਕਦੀ ਆ, ਨਾ ਚਿੱਟੀ ਮੱਖੀ ਮੁੱਕਦੀ ਆ। ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਕਿਸਾਨ ਇਉਂ ਹੀ ਨਰਮਾ ਵਾਹੁੰਦੇ ਸੀ। ਜਦੋਂ ਕਾਂਗਰਸ ਦੀ ਸਰਕਾਰ ਆਈ ਕਿਸਾਨ ਉਦੋਂ ਵੀ ਇਉਂ ਹੀ ਨਰਮਾ ਵਾਹੁੰਦੇ ਰਹੇ। ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ, 3 ਹਕੂਮਤਾਂ ਤਾਂ ਸਾਡੇ ਯਾਦ ਹੋਊਗੀਆਂ ਵੀ ਭਾਈ ਹੁਣ ਫੇਰ ਕਿਸਾਨ ਨਰਮਾ ਵਾਹ ਰਹੇ ਮਾਲਵਾ ਪੱਟੀ ਦੇ, ਤੇ ਕਿਸਾਨ ਜਾਣ ਕਿਹੜੇ ਟੱਠੇ ਖੂਹ ਦੇ ਵਿੱਚ। ਸਰਕਾਰਾਂ ਬਦਲ ਗਈਆਂ, ਕਿਸਾਨਾਂ ਦੇ ਹਾਲਾਤ ਨਹੀਂ ਬਦਲੇ। ਟਾਣਾ ਸਾਹਿਬ ਕੁਝ ਇੱਕ ਨਾਂ ਸਾਹਮਣੇ ਆਏ ਨੇ, ਆਪਾਂ ਉਹਨਾਂ ਦਾ ਜ਼ਿਕਰ ਕਰ ਦਈਏ। ਬਹਾਦਰਗੜ੍ਹ ਜੰਡੀਆਂ ਪਿੰਡ ਆ, ਉਹਦੇ ਵਿੱਚ ਕਹਿੰਦੇ ਉੱਥੋਂ ਦੇ ਇੱਕ ਧਰਮਪਾਲ ਨਾਂ ਦੇ ਕਿਸਾਨ ਨੇ ਜਿਨ੍ਹਾਂ ਨੇ 1 ਏਕੜ ਆਪਣੀ ਜਿਹੜੀ ਫਸਲ ਆ ਉਹ ਵਾਹ ਦਿੱਤੀ। ਉਹਨੂੰ ਬੇਸ਼ੱਕ ਰੋਕ ਦਿੱਤਾ ਗਿਆ ਵੀ ਭਾਈ ਨਰਮਾ ਹੁਣ ਨਾ ਵਾਹ ਜੀ, ਪਰ ਉਹ ਕਹਿੰਦਾ ਵੀ ਮੇਰੀ ਕਿਸਮਤ ਦੇ ਵਿੱਚ ਹੀ ਇਹ ਹੈ। ਮੈਂ ਜਦੋਂ ਵੀ ਇਹ ਗੱਲ ਕਹਿਣਾ ਵੀ ਭਾਈ ਐਤਕੀ ਨਰਮਾ ਬੀਜਣਾ, ਉਸ ਤੋਂ ਮੌਕੇ ਆ ਚੱਕਰ ਪੈ ਜਾਂਦਾ। ਗੁਲਾਬੀ ਸੁੰਡੀ ਨੇ ਤੋੜ ਕੇ ਰੱਖ ਦਿੱਤਾ ਸਾਨੂੰ। ਜੀ, ਤੁਸੀਂ ਵੇਖੋ ਪਿਛਲੇ ਸਾਲ ਵੀ ਉਹਨਾਂ ਨੇ ਆਪਣੀ 4 ਏਕੜ ਫਸਲ ਏਦਾਂ ਹੀ ਵਾਹ ਦਿੱਤੀ ਸੀ। ਅਕਾਲੀਆਂ ਦੇ ਰਾਜ ਦੀ ਜੇ ਮੈਂ ਗੱਲ ਕਰਾਂ ਤਾਂ ਉਸ ਵੇਲੇ ਵੀ 2015 ਦੇ ਵਿੱਚ ਉਹਨਾਂ ਨੇ ਆਪਣੀ 8 ਏਕੜ ਫਸਲ ਉਹਨਾਂ ਨੂੰ ਵਾਹਣੀ ਪਈ ਸੀ ਇਹਨਾਂ ਸਾਰੀਆਂ ਗੱਲਾਂ ਕਰਕੇ। ਉਸ ਤੋਂ ਬਾਅਦ ਅੱਗੇ ਆਪਾਂ ਪਥਰਾਲਾ ਪਿੰਡ ਦੀ ਗੱਲ ਕਰ ਲੈਂਦੇ ਆ। ਉੱਥੋਂ ਦੇ ਕਿਸਾਨ ਨੇ ਭੀਮ, ਉਹਨਾਂ ਨੇ ਕਹਿੰਦੇ ਅਕਾਲੀ ਹਕੂਮਤ ਦੇ ਵਿੱਚ ਆਪਣੀ 7 ਏਕੜ ਜਿਹੜੀ ਫਸਲ ਹੈ ਉਹ ਵਾਹ ਦਿੱਤੀ ਸੀ ਇਸੇ ਗੱਲ ਦਾ ਕਰਕੇ, ਔਰ ਹੁਣ ਵੀ 7 ਏਕੜ ਫਸਲ ਉਹਨਾਂ ਨੂੰ ਪੁੱਟਣੀ ਪਈ ਹੈ। ਉਸ ਤੋਂ ਅੱਗੇ ਆਪਾਂ ਗੱਲ ਕਰ ਲੈਂਦੇ ਆ ਜੀ ਰਾਮਗੜ੍ਹ ਭੁੰਦੜ ਪਿੰਡ ਦੀ। ਉੱਥੇ ਕਹਿੰਦੇ ਉੱਥੋਂ ਦੇ ਜਗਮੋਹਨ ਸਿੰਘ ਨਾਂ ਦੇ ਕਿਸਾਨ ਨੇ ਜਿਨ੍ਹਾਂ ਨੇ ਆਪਣੀ 3 ਏਕੜ ਫਸਲ ਜਿਹੜੀ ਆ ਇਸੇ ਤਰੀਕੇ ਨਾਲ ਵਾਹ। ਹੁਣ ਇਹਨਾਂ ਕਿਸਾਨਾਂ ਨੂੰ ਆਪਾਂ ਕੀ ਕਹੀਏ ਵੀ ਭਾਈ ਤੁਸੀਂ ਗਲਤ ਹੋ, ਜਾਂ ਕਹੀਏ ਬੀਜ ਕੰਪਨੀਆਂ ਗਲਤ ਆ, ਜਾਂ ਕਹੀਏ ਸਪਰੇਅ ਕੰਪਨੀਆਂ ਗਲਤ ਆ, ਜਾਂ ਕਹੀਏ ਸਰਕਾਰਾਂ ਗਲਤ ਆ। ਜੇ ਸਰਕਾਰਾਂ ਨੇ ਕਿਤੇ ਕੰਪਨੀਆਂ ਵਾਲੇ ਟੰਗੇ ਹੋਣ, 2-4 ਕੰਪਨੀਆਂ ਟੰਗੀਆਂ ਹੋਣ ਪੁੱਠੀਆਂ, ਉਹਨਾਂ ਨੂੰ ਸਖਤ ਸਜ਼ਾਵਾਂ ਹੋਈਆਂ ਹੋਣ, ਨੋਟ ਲੈਂਦੇ ਅਸਲੀ ਤੇ ਮਾਲ ਮਿਲਦਾ ਨਕਲੀ, ਤੇ ਫਿਰ ਕਿਸਾਨੀ ਬਚੂਗੀ ਕਿਵੇਂ? ਮੈਨੂੰ ਸਮਝ ਨਹੀਂ ਆਉਂਦੀ ਟਾਣਾ ਸਾਹਿਬ, ਸ਼ੁੱਧਤਾ ਰਹਿ ਕਿੱਥੇ ਗਈ ਆ? ਇਹ ਤਾਂ ਦੱਸੋ। ਜਿਹੜੀਆਂ ਚੀਜ਼ਾਂ ਇਨਸਾਨ ਖਾਂਦਾ ਉਹ ਵੀ ਨਕਲੀ ਹੈ ਨਾ, ਜਿਹੜੀਆਂ ਚੀਜ਼ਾਂ ਪਸ਼ੂ ਵਿਚਾਰੇ ਖਾਂਦੇ ਨੇ ਉਹ ਵੀ ਨਕਲੀ, ਜਿਹੜੀਆਂ ਚੀਜ਼ਾਂ ਸਾਡੀਆਂ ਜ਼ਮੀਨਾਂ ਨੂੰ ਚਾਹੀਦੀਆਂ ਨੇ ਉਹ ਵੀ ਨਕਲੀ, ਜਿਹੜੀਆਂ ਚੀਜ਼ਾਂ ਸਾਡੀਆਂ ਫਸਲਾਂ ਨੂੰ ਚਾਹੀਦੀਆਂ ਨੇ ਉਹ ਵੀ ਨਕਲੀ। ਅਸਲੀ ਰਹਿ ਕੀ ਗਿਆ? ਨਾ ਕਿਰਦਾਰ ਅਸਲੀ। ਸਪਰੇਆਂ ਸਿਰਫ ਬੰਦੇ ਦੇ ਵਾਸਤੇ ਆ? ਕੀ ਸਪਰੇਆਂ ਸਿਰਫ ਬੰਦਾ ਕਿਸਾਨ ਮਾਰਨ ਵਾਸਤੇ ਆ? ਕੀ ਸਪਰੇਆਂ ਚਿੱਟੀ ਮੱਖੀ ਮਾਰਨ ਵਾਸਤੇ ਨਹੀਂ, ਚਿੱਟੇ ਮੱਛਰ ਵਾਸਤੇ ਨਹੀਂ, ਗੁਲਾਬੀ ਸੁੰਡੀ ਵਾਸਤੇ नहीं, ये सिर्फ किसान मारने वास्ते लगता। उन्हें एक शेर कि चेहरा बता रहा था कि वो मर गया है भूख से जी, मगर लोग कह रहे थे कि कुछ खाकर मर गया। भी ये है जी कि की कहिए ते की ना कहिए। दुख हुंदा इन्हां गल्लां दे उत्ते भी यार किसानी टुੱਟੀ ਜਾਂਦੀ। ते एक मेरी बेनती ये भी है भी सरकारां तां अपने काम करन ही तरीके दे नाल काम करन, किसानी बचाउण। पर मैं पिछले दिनी एक वीडियो देखी, मैनू शर्मिंदगी भी हुई, दुख भी होया। मैनू भी टाना ਉਹ ਨਾ ਕੱਦੂ ਕੀਤੇ ਵਾਹਣ ਦੇ ਵਿੱਚ ਜੀ ਥਾਰ ਗੱਡੀਆਂ, ਸਕਾਰਪੀਓ, ਬੁਲਟ ਮੋਟਰਸਾਈਕਲ ਜੀ, ਹੋਰ ਜਿਹੜੇ ਮਹਿੰਗੇ ਮੋਟਰਸਾਈਕਲ ਤੇ ਕਈ ਹੋਰ ਮਹਿੰਗੀਆਂ ਗੱਡੀਆਂ ਜਿਹੜੀਆਂ ਲੱਖਾਂ ਰੁਪਏ ਦੀਆਂ, ਉਹ ਕੱਦੂ ਕੀਤੇ ਵਾਹਣ ਦੇ ਵਿੱਚ ਰੇਸਾਂ ਲਵਾ ਰਹੇ ਆ। ਇਹਨਾਂ ਫੁਕਰੇ ਕਿਸਮ ਦੇ ਲੋਕਾਂ ਨੇ ਵੀ ਪੰਜਾਬ ਦੀ ਕਿਸਾਨੀ ਦੇ ਉੱਤੇ ਸਵਾਲ ਖੜੇ ਕੀਤੇ, ਬੇੜਾ ਗਰਕ ਕਰਤਾ। ਇਹਨਾਂ ਫੁਕਰਿਆਂ ਨੇ ਵੀ ਬਹੁਤ ਵੱਡਾ ਨੁਕਸਾਨ ਕੀਤਾ। ਇਹਨਾਂ ਫੁਕਰਿਆਂ ਨੂੰ ਬੇਨਤੀ ਹੈ ਵੀ ਚਲੋ ਤੁਹਾਡੇ ਕੋਲ ਤਾਂ ਰੁਪਏ ਹੈਗੇ, ਤੁਸੀਂ ਤਾਂ ਭਾਵੇਂ ਅੱਗ ਲਾ ਲਓ, ਤੁਸੀਂ ਆਪਦੀਆਂ ਗੱਡੀਆਂ ਨੂੰ ਕਿਤੇ ਵੀ ਲਿਜਾਓ, ਪਰ ਤੁਸੀਂ ਲੋਕਾਂ ਨੂੰ ਕੀ ਦਿਖਾਉਣਾ ਚਾਹੁੰਦੇ ਆ
ਵੀ ਭਾਈ ਕਿਸਾਨ ਹੋਛੇ ਵੀ ਆ, ਤੁਹਾਡੇ ਵਰਗੇ ਸਾਰੇ ਕਿਸਾਨ ਨਹੀਂ, ਤੁਹਾਡੇ ਸਿਰ ਦੇ ਉੱਤੇ ਵੀ ਲਿਮਟਾਂ ਹੋਣੀਆਂ ਜੀ। ਪਤਾ ਨਹੀਂ ਤੁਹਾਡੇ ਬਾਪ ਨੇ ਕਿਵੇਂ ਪੈਸੇ ਇਕੱਠੇ ਕੀਤੇ ਹੋਣਗੇ, ਪਰ ਯਾਰ ਤੁਸੀਂ ਉਜੜਤਾ ਦਾ ਇੱਕ ਨਵਾਂ ਨਮੂਨਾ ਪੇਸ਼ ਕਰ ਰਹੇ ਹੋ। ਟਿਕ ਜੋ, ਜੇ ਕੰਮ ਉਹਦਾ ਤਾਂ ਆਪਾਂ ਖੇਤ ਦੇ ਵਿੱਚ ਕਹਿੰਦੇ ਵੀ ਮਜ਼ਦੂਰ ਨੂੰ ਚਾਹ ਨਹੀਂ ਫੜਾਉਣ ਜਾਣੀ, ਤੇ ਆਹ ਹੋਛਾਪਣ ਕਰਨ ਦੇ ਲਈ ਆਪਾਂ 3600 ਵਰਗੇ। ਪਤਾ ਨਹੀਂ ਸਾਡੇ ਅੰਦਰ ਸ਼ਾਇਦ ਸੁਧਾਰ ਹੋ ਹੀ ਨਹੀਂ ਸਕਦਾ, ਸਾਡੀ ਮਾਨਸਿਕਤਾ ਖਰਾਬ ਹੋ ਚੁੱਕੀ ਹੈ। ਸਾਨੂੰ ਸੋਚਣਾ ਚਾਹੀਦਾ ਹੈ ਵੀ ਕੁਝ ਇਹੋ ਜਿਹੀਆਂ ਵੀਡੀਓਜ਼ ਵੇਖ ਕੇ ਸਾਰਿਆਂ ਨੂੰ ਐ ਲੱਗਦਾ ਹੈ ਕਿ ਸ਼ਾਇਦ ਇਹ ਤਾਂ ਖੁਸ਼ ਹੀ ਬੜੇ ਨੇ, ਕਿਸਾਨ ਤਾਂ ਵਿਚਾਰੇ ਰੱਜੇ ਪੁੱਜੇ ਹੀ ਬਹੁਤ ਨੇ। ਗਾਣਿਆਂ ਦੇ ਵਿੱਚ ਵੀ ਜੱਟ ਆਏ ਹੁੰਦਾ, ਫਲਾਣਾ ਹੁੰਦਾ, ਉੱਤੋਂ ਅਸੀਂ ਵੀਡੀਓ ਇਹੋ ਜਿਹੀਆਂ ਬਣਾਉਨੇ ਆ ਵੀ ਭਾਈ ਏਦਾਂ ਤਾਂ ਕਿਸਾਨ ਫੁਕਰਾ ਹੁੰਦਾ। ਅਸਲੀਅਤ ਤਾਂ ਪੁੱਛ ਕੇ ਵੇਖੋ, ਅਸਲੀਅਤ ਕਿਸਾਨ ਦੀ ਕੁਝ ਹੋਰ ਆ ਜੀ। ਜੇ ਨਹੀਂ ਯਕੀਨ ਤਾਂ ਮਾਲਵੇ ਦੇ ਵਿੱਚ ਉਹਨਾਂ ਕਿਸਾਨਾਂ ਦੇ ਕੋਲੇ ਜਾ ਕੇ ਤਾਂ ਕਦੇ ਆਓ ਜਿਹੜੇ ਆਪਦਾ ਨਰਮਾ ਖੇਤਾਂ ਦੇ ਵਿੱਚ ਵਾਹੀ ਜਾਂਦੇ ਆ। ਬਿਲਕੁਲ ਸਹੀ। ਲਓ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਟਾਣਾ ਸਾਹਿਬ, ਆਪਾਂ ਸ਼ੁੱਧ ਚੀਜ਼ਾਂ ਦੀ ਗੱਲ ਕਰ ਰਹੇ ਸੀ, ਇੱਕ ਹੋਰ ਖਬਰ ਉਹਦੇ ਨਾਲ ਜੁੜੀ ਹੋਈ ਸਾਹਮਣੇ ਆਈ ਜਿਹਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦੇਖੋ ਵੀ ਸ਼ੁੱਧ ਵਿਚਾਰ ਤੇ ਸ਼ੁੱਧ ਖਾਣ ਪੀਣ ਤੇ ਚੰਗੀ ਜੀਵਨ ਸ਼ੈਲੀ ਇਹ ਬੰਦੇ ਦੀ ਲੰਮੀ ਉਮਰ ਦੇ ਲਈ ਬੜੀ ਜ਼ਰੂਰੀ ਹੈ। ਤੇ ਸ਼ੁੱਧ ਵਿਚਾਰ ਵੀ ਹੋਣੇ ਚਾਹੀਦੇ ਤੇ ਕਿਰਦਾਰ ਵੀ ਹੋਣੇ ਚਾਹੀਦੇ ਆ। ਅਫਸੋਸ ਅੱਜ ਕੱਲ ਬਹੁਤਿਆਂ ਦੇ ਹੁੰਦੇ ਨਹੀਂ, ਹਨਾ। ਨਾ ਸ਼ੁੱਧ ਵਿਚਾਰ ਨੇ, ਨਾ ਸ਼ੁੱਧ ਖਾਣ ਪੀਣ ਹੈ, ਨਾ ਹੀ ਚੰਗੀ ਜੀਵਨ ਸ਼ੈਲੀ ਸਾਡੀ ਰਹਿ ਗਈ ਹੈ। ਸੋ ਖੈਰ ਗੱਲ ਇਹ ਹੈ ਕਿ ਅੱਗੇ ਤਾਂ ਇਹ ਹੁੰਦਾ ਸੀ ਟਾਣਾ ਸਾਹਿਬ ਵੀ ਸਿਹਤ ਵਿਭਾਗ ਕਿਤੇ ਜਾ ਕੇ, ਵੈਸੇ ਤਾਂ ਸੁੱਖ ਨਾਲ ਸਾਡੇ ਸਿਹਤ ਵਿਭਾਗ ਨੂੰ ਕਦੇ ਕਦੇ ਜਾਗ ਆਉਂਦੀ ਹੈ, ਸਾਰੇ ਇੱਕੋ ਜਿਹੇ ਨਹੀਂ, ਪਰ ਆਪਾਂ ਜਾਣਦੇ ਹਾਂ ਵੀ ਜਦੋਂ ਕਿਤੇ ਕੋਈ ਦਿਨ ਤਿਉਹਾਰ ਹੋਵੇ, ਦੀਵਾਲੀ ਮੌਕੇ ਜਿੱਤੇ ਆਉਂਦੀ ਹੈ, ਹਾਂ ਉਦੋਂ ਵੀ ਜਾਗਦੇ ਨੇ ਵੀ ਖੋਆ ਨਕਲੀ ਹੋ ਗਿਆ, ਪਨੀਰ ਨਕਲੀ ਹੋ ਗਿਆ, ਰਸਗੁੱਲੇ ਹੁਣ ਇਹਨਾਂ ਨੂੰ ਪੂਰੀ ਗਰੰਟੀ ਹੈ, ਇਹ 100% ਦੀ ਯਕੀਨੀ ਇਹਨਾਂ ਦੇ ਲਈ ਵੀ ਖੋਆ ਬਿਲਕੁਲ ਸ਼ੁੱਧ ਚੱਲ ਰਿਹਾ ਜੀ। ਕਿਸੇ ਦੇ ਵੀ ਹਲਵਾਈ ਦੀ ਦੁਕਾਨ ਦੇ ਵਿੱਚ ਕੋਈ ਮੱਖੀ ਹੈ ਨਹੀਂ, ਹੁਣ ਬਿਲਕੁਲ ਜੀ ਚੂਹਾ ਚਾਹਾ ਵੀ ਉੱਥੇ ਕੋਈ ਨਹੀਂ ਨੱਚਦਾਗਾ, ਕੋਈ ਛਿਪਕਲੀ ਨਹੀਂ, ਕੋਈ ਜਿਹੜੀ ਚਾਸ਼ਣੀ ਆ ਉਹਦੇ ਵਿੱਚ ਕੋਈ ਗੰਦਮੰਦ ਨਹੀਂ ਹੈਗਾ। ਹੁਣ ਬਈ ਸਾਰੀਆਂ ਚੀਜ਼ਾਂ ਟਣਾ ਟਣ ਕਮਾਲ ਹੋਈ ਪਈ ਆ। ਬਸ ਦੀਵਾਲੀ ਨੇੜੇ ਹੀ ਹੁੰਦਾ, ਬਸ ਦੀਵਾਲੀ ਆਉਣ ਦਿਓ ਸਹੀ। 20 ਦਿਨ ਪਹਿਲਾਂ ਲਾਂਗੜ ਚੱਕਿਆ ਆਪਾਂ ਤੇ ਆਪਾਂ ਉਹਨੂੰ ਵੀ ਛਾਪਾ ਮਾਰ ਲਿਆ, ਇੱਥੇ ਗੰਦੀ ਚੀਜ਼ ਆ ਮਿਲੀ, ਇਹਨੂੰ ਆਪਾਂ ਸੀਲ ਕਰ ਦਿਆਂਗੇ। ਕਈ ਕੁਇੰਟਲ ਪਨੀਰ ਮਿਲਿਆ, ਕਈ ਕੁਇੰਟਲ ਖੋਆ ਮਿਲਿਆ, ਅਸੀਂ ਉਹਨੂੰ ਸੀਲ ਕਰਤਾ। ਮੁੜ ਕੇ ਫਿਰ ਮੈਂ ਨਹੀਂ ਕਦੀ ਵੇਖਿਆ ਕਿਸੇ ਦੁਕਾਨ ਨੂੰ ਪੱਕਾ ਤਾਲਾ ਲੱਗਿਆ ਹੋਵੇ। ਮੈਨੂੰ ਕਦੇ ਕਦੇ ਇਉਂ ਲੱਗਦਾ ਵੀ ਇਹਨਾਂ ਦੀ ਡਿਊਟੀ ਸਾਲ ਦੇ ਵਿੱਚ 20 ਦਿਨ ਹੁੰਦੀ ਹੈ। ਸ਼ਾਇਦ ਹੋ ਸਕਦਾ ਵੀ 20 ਦਿਨ ਦੀ ਇਹਨਾਂ ਨੂੰ ਤਨਖਾਹ ਮਿਲਦੀ ਆ, ਬਾਕੀ ਚਲੋ ਵੀ ਕੋਈ ਨਹੀਂ, ਤੁਸੀਂ ਉਹਨਾਂ ਚਿਰ ਹੋਰ ਕੰਮ ਕਰੋ। 20 ਦਿਨਾਂ ਦੇ ਲਈ ਆਪਾਂ ਤੁਹਾਨੂੰ ਪੈਸੇ ਦੇ ਦੇਣਾ, ਸਾਨੂੰ ਤੁਹਾਡੀ ਉਹ 20 ਦਿਨਾਂ ਲਈ ਲੋੜ ਹੈ ਬਸ। ਪਰ ਗੱਲ ਇਹ ਹੈ ਕਿ ਅੱਗੇ ਤਾਂ ਇਹ ਪਤਾ ਲੱਗ ਜਾਂਦਾ ਸੀ ਟਾਣਾ ਸਾਹਿਬ ਮਸ਼ੀਨਾਂ ਰਾਹੀਂ, ਜਾਂ ਹੋਰ ਕਈ ਮਾਪਦੰਡ ਹੁੰਦੇ ਸੀ ਜਿਹਦੇ ਰਾਹੀਂ ਪਤਾ ਲੱਗ ਜਾਂਦਾ ਸੀ ਵੀ ਚੀਜ਼ ਸ਼ੁੱਧ ਹੈ ਜਾਂ ਫਿਰ ਨਹੀਂ। ਤੇ ਜੇਕਰ ਮਾਪਦੰਡਾਂ ਤੋਂ ਪਤਾ ਨਾ ਲੱਗੇ, ਜੇਕਰ ਮਸ਼ੀਨਾਂ ਵੀ ਨਾ ਦੱਸਣ ਵੀ ਚੀਜ਼ ਸ਼ੁੱਧ ਹੈ ਕਿ ਨਹੀਂ, ਫਿਰ ਬੰਦਾ ਕੀ ਕਰੂ? ਫਿਰ ਸ਼ੁੱਧ ਹੀ ਹੋਊਗੀ ਨਹੀਂ। ਹਾਂ, ਇਹੀ ਤਾਂ ਭੁਲੇਖਾ ਹੈ। ਹੁਣ ਦੇਖੋ, ਜੇ ਤਾਂ ਮਸ਼ੀਨ ਦੇ ਵਿੱਚ ਆਪਾਂ ਕੋਈ ਚੀਜ਼ ਪਾਉਨੇ ਆ, ਆਪਾਂ ਇਹ ਜਾਣਨ ਦੇ ਲਈ ਵੀ ਭਾਈ ਨਕਲੀ ਹੈ ਕਿ ਅਸਲੀ, ਜੇ ਤਾਂ ਮਸ਼ੀਨ ਨੇ ਕਹਤਾ ਵੀ ਨਕਲੀ ਆ, ਫਿਰ ਤਾਂ ਵੀ ਨਕਲੀ ਹੈਗੀ ਆ। ਪਰ ਜੇ ਮਸ਼ੀਨ ਕਹਿੰਦੀ ਵੀ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਜੀ, ਤੇ ਫਿਰ ਹੋ ਸਕਦਾ ਵੀ ਭਾਈ ਮਸ਼ੀਨ ਗਲਤ ਹੋਵੇ। ਨਹੀਂ ਟਾਣਾ ਸਾਹਿਬ, ਮਸ਼ੀਨ ਗਲਤ ਨਹੀਂ ਹੈ, ਪਰ ਤਰੀਕੇ ਨਵੇਂ ਇਜਾਦ ਕਰ ਲਏ ਗਏ ਨੇ ਇਸ ਜਿਹੜੀਆਂ ਅਸ਼ੁੱਧ ਚੀਜ਼ਾਂ ਨੇ ਉਹਨਾਂ ਨੂੰ ਸ਼ੁੱਧ ਦਿਖਾਉਣ ਦੇ ਲਈ, ਲੋਕਾਂ ਤੱਕ ਪਹੁੰਚਾਉਣ ਦੇ ਲਈ। ਰਾਜਸਥਾਨ ਤੋਂ ਖਬਰ ਸਾਹਮਣੇ ਆਈ ਹੈ, ਉੱਥੇ ਕਹਿੰਦੇ ਕਿ ਇੱਕ ਡੇਅਰੀ ਦੇ ਉੱਪਰ ਜਿਹੜਾ ਸਿਹਤ ਵਿਭਾਗ ਉਹਦੇ ਵੱਲੋਂ ਛਾਪਾ ਮਾਰਿਆ ਗਿਆ, ਤੇ ਉੱਥੇ ਕਿਉਂਕਿ ਉਹਨਾਂ ਨੂੰ ਸੂਹ ਮਿਲੀ ਸੀ ਵੀ ਇੱਥੇ ਕੁਝ ਨਾ ਕੁਝ ਨਕਲੀ ਜਿਹੜਾ ਉਹ ਜ਼ਰੂਰ ਚੱਲ ਰਿਹਾ ਹੈ ਨਾ। ਜਦੋਂ ਉਹਨਾਂ ਨੇ ਉੱਥੇ ਜਿਹੜਾ ਦੁੱਧ ਸੀ ਉਹਨੂੰ ਟੈਸਟ ਕੀਤਾ, ਮਸ਼ੀਨ ਕਹੇ ਤਾਂ ਸ਼ੁੱਧ ਹੈ। ਹਾਂ, ਤਾਂ ਸ਼ੁੱਧ ਹੋਊਗਾ ਫਿਰ? ਨਹੀਂ, ਬਹੁਤ ਵਧੀਆ ਦੁੱਧ ਹੋਊਗਾ। ਨਹੀਂ ਟਾਣਾ ਸਾਹਿਬ, ਫੈਟ ਬੜੀ ਚੰਗੀ ਹੋਊਗੀ, ਗਾੜਾ ਦੁੱਧ ਹੋਊਗਾ ਜੀ, ਤੇ ਉਹਦੀ ਚਾਹ ਬੜੀ ਸਵਾਦ ਬਣਦੀ ਹੋਣੀ ਹੈ। ਅੱਛਾ ਅੱਛਾ, ਦਹੀਂ ਜਮਾਓ ਟਣਾ ਟਣ। ਹਾਂ, ਲੋਕ ਵੀ ਇਹੀ ਸੋਚਦੇ ਖੀਰ ਬਣਾਓ, ਬਹੁਤ ਕਮਾਲ ਹੋਊਗੀ ਉਹਦੀ ਜੀ। ਹਾਂ, ਲੋਕ ਵੀ ਇਹੀ ਸੋਚਦੇ ਸੀ, ਪਰ ਅਸਲੀਅਤ ਇਹ ਨਹੀਂ ਸੀ। ਜਿਵੇਂ ਆਪਣੇ ਬੇਬੇ ਕਹਿੰਦੀਆਂ ਹੁੰਦੀਆਂ ਸੀ ਨਾ, ਅੰਬੋ ਆਪਣੀਆਂ, ਵੀ ਗਾਰੇ ਵਰਗੀ ਚਾਹ ਬਣਦੀ ਆ, ਸੰਘਣੀ, ਤੇ ਸੰਘਣਾ ਦੁੱਧ ਹੋਊਗਾ ਤਾਂ ਹੀ ਆ। ਬਿਲਕੁਲ ਸਹੀ ਹੈ, ਪਰ ਇੱਥੇ ਇਦਾਂ ਨਹੀਂ ਆ ਟਾਣਾ ਸਾਹਿਬ, ਮੰਨ ਕਿਉਂ ਨਹੀਂ ਰਹੇ? ਹਾਂ, ਮੈਂ ਕਿੰਨੀ ਵਾਰ ਕਿਹਾ ਇਦਾਂ ਨਹੀਂ ਆ, ਨਹੀਂ ਆ, ਨਹੀਂ ਆ, ਨਹੀਂ ਆ। ਹੈ ਕੀ ਹੈ? ਇਹ ਹੈ ਕਿ ਦੁੱਧ ਨਕਲੀ ਹੀ ਸੀ, ਪਰ ਮਸ਼ੀਨਾਂ ਵੀ ਉਹਨੂੰ ਅਸਲੀ ਦਿਖਾ ਰਹੀਆਂ ਸੀ। ਅੱਛਾ, ਅਸਲ 'ਚ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ, ਜਦੋਂ ਉੱਥੇ ਪਤਾ ਕੀਤਾ ਗਿਆ, ਤਾਂ ਪਤਾ ਇਹ ਲੱਗਿਆ ਕਿ ਉਹਨਾਂ ਨੇ ਇੱਕ ਇਹੋ ਜਿਹਾ ਨਵਾਂ ਫਾਰਮੂਲਾ ਲੈ ਆਉਂਦਾ ਨਕਲੀ ਦੁੱਧ ਬਣਾਉਣ ਦਾ ਕਿ ਉਹ ਮਸ਼ੀਨਾਂ ਵੀ ਉਹਨੂੰ ਅਸਲੀ ਵੀ ਦੱਸਦੀਆਂ ਨੇ। ਅੱਛਾ, ਇਹਦੇ 'ਚ ਰਿਫਾਈਨਡ ਪਾਮ ਆਇਲ, ਰਿਫਾਈਨਡ ਜਿਹੜਾ ਵਰਜਨ ਕੋਕੋਨਟ ਆਇਲ, ਇਹ ਸਾਰਾ ਕੁਝ ਪਾ ਕੇ, ਕੈਮੀਕਲ ਪਾ ਕੇ, ਤੇ ਫਿਰ ਇਸ ਦੁੱਧ ਨੂੰ ਤਿਆਰ ਕੀਤਾ ਜਾ ਰਿਹਾ ਸੀ। ਤੇ ਦਿਖਾਇਆ, ਜਦੋਂ ਮਾਪਦੰਡ ਉਹਨਾਂ ਨੇ ਚੈੱਕ ਕੀਤੇ ਇਸ ਦੁੱਧ ਦੇ, ਤਾਂ ਉਹ 'ਚ ਦਿਖਾਇਆ ਗਿਆ ਕਿ ਇਹ 'ਚ ਤਾਂ ਘਿਓ ਹੀ ਬਹੁਤ ਜ਼ਿਆਦਾ, ਜਦਕਿ ਘਿਓ ਦੀ ਇੱਕ ਬੂੰਦ ਵੀ ਨਹੀਂ ਸੀ ਉਸ ਦੁੱਧ ਦੇ ਵਿੱਚ। ਉਹ ਦੁੱਧ ਬਿਲਕੁਲ ਸ਼ੁੱਧ ਨਹੀਂ ਸੀ, ਪਰ ਤਾਂ ਵੀ ਮਸ਼ੀਨਾਂ ਨੂੰ ਸ਼ੁੱਧ ਦਿਖਾ ਰਹੀਆਂ ਸੀ। ਫਿਰ ਬੰਦਾ ਜਾਵੇ ਕਿਹੜੇ ਪਾਸੇ? ਪਤਾ ਨਹੀਂ। ਮੈਂ ਨਾ ਸਾਰੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਕਿਸੇ ਵੀ ਪਿੰਡ 'ਚ ਵਸਦੇ ਹੋ, ਤੁਸੀਂ ਨਾ ਇੱਕ ਸਰਵੇਖਣ ਕਰੋ ਵੀ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਘਰ ਆ, ਤੇ ਤੁਹਾਡੇ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਹਰ ਥਾਂ ਦੇ ਉੱਤੇ ਦੁੱਧ ਦੀ ਵਰਤੋਂ ਤਾਂ ਹੁੰਦੀ ਹੈ, ਕਿਤੇ 2 ਲੀਟਰ, ਕਿਤੇ 1 ਲੀਟਰ, ਕਿਤੇ 5 ਲੀਟਰ, ਕਿਤੇ 4 ਲੀਟਰ, ਹਰ ਰੋਜ਼ ਘਰ ਦੇ ਵਿੱਚ ਦੁੱਧ ਆਉਂਦਾ। ਪਰ ਤੁਹਾਡੇ ਪਿੰਡ ਦੇ ਵਿੱਚ ਘਰ ਕਿੰਨੇ ਆ, ਤੇ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਘਰਾਂ ਦੇ ਪਸ਼ੂ ਰੱਖੇ ਆ? ਦੁੱਧ ਸਾਰਾ ਪਿੰਡ ਵਰਤਦਾ, ਪਸ਼ੂ 25% ਜਾਂ 30% 35% ਲੋਕਾਂ ਦੇ ਕੋਲੇ ਆ, ਤੇ ਫਿਰ ਬਾਕੀ ਦੁੱਧ ਕਿੱਥੋਂ ਆਉਂਦਾ?
ਹੁਣ ਦੇਖੋ ਪੂਰਾ ਦੇਸ਼, ਪੂਰਾ ਸੰਸਾਰ ਦੁੱਧ ਵਰਤ ਰਿਹਾ, ਪੂਰੇ ਦੇਸ਼ ਦੇ ਵਿੱਚ ਪਸ਼ੂ ਧਨ ਘਟ ਰਿਹਾ ਜੀ। ਹੁਣ ਜਿਹੜੇ ਸੂਬੇ ਪਸ਼ੂਆਂ ਦੇ ਨਾਲ ਜੁੜੇ ਆ, ਵੀ ਪਸ਼ੂ ਧਨ ਨਾਲ ਜੁੜੇ ਆ, ਉਹਦੇ ਵਿੱਚ ਤਾਂ ਲਗਾਤਾਰ ਗਿਣਤੀ ਘਟੀ ਜਾਂਦੀ ਹੈ, ਪਰ ਦੁੱਧ ਹਰ ਰੋਜ਼ ਅੱਗੇ ਤੋਂ ਅੱਗੇ ਵੱਧ ਰਹੀ ਹੈ, ਕੀਮਤ ਵੀ ਵੱਧ ਰਹੀ ਹੈ ਤੇ ਉਹਦੀ ਖਪਤ ਵੀ ਵੱਧ ਰਹੀ ਹੈ। ਸੋ ਕਦੇ ਸੋਚ ਕੇ ਦੇਖੋ ਵੀ ਭਾਈ ਦੁੱਧ ਤੋਂ ਪਦਾਰਥ ਕਿੰਨੇ ਬਣਦੇ ਆ, ਦੁੱਧ ਕਿੰਨਾ ਕੁ ਪੈਦਾ ਹੋ ਰਿਹਾ, ਦੁੱਧ ਦੀ ਵਰਤੋਂ ਕਿੰਨੀ ਕੁ ਹੋ ਰਹੀ ਹੈ। ਪਰ ਟੈਣਾ ਸਾਹਿਬ ਪਤਾ ਕਰਕੇ ਵੀ ਕੀ ਕਰ ਲਓਗੇ? ਹੱਲ ਕੀ ਹੈ? ਕਿਹਦੇ ਕੋਲ ਲੈ ਕੇ ਜਾਓਗੇ ਫਰਿਆਦ ਆਪਣੀ? ਕਿਹਨੂੰ ਸੁਣਾਓਗੇ ਆਪਣੀਆਂ ਗੱਲਾਂ? ਕੋਈ ਹੈ ਸੁਣਨ ਵਾਲਾ? ਕੋਈ ਹੈ ਪੁੱਛਣ ਵਾਲਾ? ਵੱਧ ਤੋਂ ਵੱਧ ਕੀ ਹੋ ਜਾਊਗਾ, ਤੁਹਾਡੇ ਮਗਰ ਲਾ ਕੇ ਕਾਰਵਾਈ ਹੋ ਜਾਊਗੀ। ਥੋੜੇ ਦਿਨ ਦੁਕਾਨ ਦਾ ਸ਼ਟਰ ਬੰਦ ਰਹੂਗਾ, ਥੋੜੇ ਦਿਨ ਡੇਅਰੀ ਦਾ ਸ਼ਟਰ ਬੰਦ ਰਹੂਗਾ, ਮੁੜ ਕੇ ਹਫਤੇ 10 ਦਿਨ ਬਾਅਦ ਦੁਬਾਰਾ ਤੋਂ ਫੇਰ ਉਹ ਸਾਰਾ ਕੁਝ ਉਦਾਂ ਹੀ ਚੱਲੂਗਾ। ਹੱਲ ਕੀ ਹੈ? ਹੱਲ ਪਰਮਾਨੈਂਟ ਪੂਰਨ ਤੌਰ ਤੇ ਪੱਕਾ ਹੱਲ ਤਾਂ ਕਿਤੇ ਵੀ ਹੈ ਨਹੀਂਗਾ ਨਾ। ਮੈਂ ਬਹੁਤ ਸਾਰੀਆਂ ਦੁਕਾਨਾਂ ਇਹੋ ਜਿਹੀਆਂ ਵੇਖੀਆਂ ਜਿੱਥੇ ਦੀਵਾਲੀ ਨੇੜੇ ਕਈ ਵਾਰ ਉੱਥੇ ਛਾਪੇਮਾਰੀ ਹੋਈ ਆ, ਪਤਾ ਲੱਗਿਆ ਜਿੱਥੇ ਨਕਲੀ ਚੀਜ਼ਾਂ ਫੜੀਆਂ ਗਈਆਂ, ਉਸ ਤੋਂ ਬਾਅਦ ਹਫਤੇ ਬਾਅਦ 10 ਦਿਨਾਂ ਬਾਅਦ ਦੁਕਾਨਾਂ ਫੇਰ ਖੁੱਲੀਆਂ ਸੀ। ਮੁੜ ਕੇ ਕਿਹੜਾ ਉਹ ਸ਼ੁੱਧ ਬਣਾਉਣ ਲੱਗ ਗਏ ਹੋਣਗੇ? ਸਹੀ ਗੱਲ ਆ। ਲਓ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਬਈ ਜਿਹੜਾ 11 ਸਾਲ ਦੀ ਉਮਰ ਦੇ ਵਿੱਚ ਆ ਕੁਝ ਕਰ ਸਕਦਾ ਹੈ, ਜਦੋਂ 21 ਦਾ ਹੋਊ, 31 ਦਾ ਹੋਊ, 41 ਦਾ ਹੋਊ, 51 ਦਾ ਹੋਊ, ਉਦੋਂ ਕੀ ਕਰੂ? ਦੇਖੋ ਵੀ ਅਸੀਂ ਤਾਂ 11 ਸਾਲ ਦੀ ਉਮਰ ਦੇ ਵਿੱਚ ਬੰਟੇ ਵੀ ਵਧੀਆ ਖੇਡ ਲੈਂਦੇ ਸੀ। ਅੱਛਾ ਜੀ। ਗੁੱਲੀ ਡੰਡੇ ਦੇ ਵਿੱਚ ਤਾਂ ਮੇਰਾ ਕੋਈ ਮੁਕਾਬਲਾ ਨਹੀਂ ਸੀ ਕਰ ਸਕਦਾ। ਮੈਂ ਪੂਰੀ ਗਲੀ ਦੇ ਵਿੱਚੋਂ ਅੱਵਲ ਆਉਂਦਾ ਸੀ। ਵਾਹ ਵਾਹ। ਮੈਂ ਅੱਜ ਵੀ ਮਹਿਸੂਸ ਕਰਦਾ ਵੀ ਜੇਕਰ ਉਸ ਉਮਰ ਦੇ ਵਿੱਚ ਜਦੋਂ ਮੈਂ ਸੀ ਤੇ ਗੁੱਲੀ ਡੰਡਾ ਜੇਕਰ ਉਹ ਰਾਸ਼ਟਰਮੰਡਲ ਖੇਡਾਂ 'ਚ ਹੋਵੇ ਹਾਂਜੀ ਜਾਂ 올림픽 'ਚ ਹੋਵੇ ਤਾਂ ਮੈਂ ਬਾਹਰ ਨੇੜੇ ਤੇੜੇ ਜੇ ਪਹੁੰਚ ਜਾਣਾ ਸੀ ਵਾਹ ਵਾਹ ਮੈਡਲ ਲੈ ਕੇ ਆਉਣ ਦੇ। ਮੈਂ ਵੀ ਫੇਰ ਕਿਆ ਕਰਨਾ ਸੀ, ਸਾਡੇ ਨਾਲ ਨੇ 올림픽ਨ ਸਵਰਨ ਸਿੰਘ ਕਹਿਣਾ ਗੁੱਲੀ ਡੰਡਾ 올림픽ਨ ਸਵਰਨ ਸਿੰਘ। ਬਿਲਕੁਲ। ਤਾਂ ਅਸੀਂ ਉੱਥੇ ਵੀ ਕੋਟਲਾ ਛਪਾਕੀ ਬੜੀ ਖੇਡਦੇ ਸੀ। 11 ਸਾਲ ਦੀ ਉਮਰ ਦੇ ਵਿੱਚ ਬਾਂਦਰ ਕੀਲਾ ਬੜਾ ਖੇਡਦੇ ਸੀ। ਵਾਹ ਵਾਹ। 12 ਸਾਲ ਦੀ ਉਮਰ ਦੇ ਵਿੱਚ ਅਸੀਂ ਫੜੋ ਫੜੀ ਉਹ ਵੀ ਬੜਾ ਖੇਡਣਾ। ਸਾਲ ਉਮਰ ਵੱਧ ਗਈ ਜਾਣਾ, ਆਪਾਂ 11 ਦੀ ਗੱਲ ਕਰ ਰਹੇ ਸੀ, ਤੁਸੀਂ 12 ਤੇ ਪਹੁੰਚ ਗਏ। ਮੈਂ ਲਗਾਤਾਰ ਜੇ ਖੇਡੀ ਜਾਊਂਗਾ ਉਮਰ ਵੀ ਤਾਂ ਵਧੂਗੀ। ਇਹ ਗੱਲ ਸਹੀ ਹੈ। ਠੀਕ ਹੈ ਬਿਲਕੁਲ। ਪਰ ਤੁਸੀਂ ਤਾਂ ਆਪ ਖੇਡਦੇ ਰਹੇ। ਇੱਥੇ ਇੱਕ ਕੁੜੀ ਹੈ, ਉਹ ਨਿਆਣਿਆਂ ਨੂੰ ਖੜਾ ਖੜਾ ਕੇ ਕਰੋੜਾਂਪਤੀ ਬਣ ਗਈ ਜਾਣਾ ਸਾਹਿਬ। ਅਸੀਂ ਵੀ ਨਿਆਣਿਆਂ ਨਾਲ ਹੀ ਖੇਡਦੇ ਸੀ। ਜੇ ਹੁਣ ਮੰਨ ਲਓ ਮੇਰੀ ਉਮਰ 11 ਸਾਲ ਆ ਤੇ ਕੁਝ ਕੁ ਮੇਰੇ ਦੋਸਤ ਆ ਜਿਹੜੇ ਉਹ 8-9 ਸਾਲਾਂ ਦੇ ਸੀ ਤੇ ਕੁਝ 14-15 ਸਾਲ ਦੇ ਵੀ ਸੀ। ਚਪੇੜੋ ਚਪੇੜੀ, ਥੱਪੜੋ ਥੱਪੜੀ, ਲਿਬੜੋ ਲਿਬੜੀ, ਪਤਾ ਨਹੀਂ ਕੀ ਕੀ ਹੁੰਦੇ ਰਹਿਣਾ। ਘਰਦਿਆਂ ਨੇ ਨਵਾ ਕੇ ਦੇਖਣਾ ਵੀ ਭਾਈ ਨਿਆਣਾ ਸਾਡਾ ਹੀ ਹੈ। ਨਹੀਂ ਤੁਸੀਂ ਨਿਆਣਿਆਂ ਨਾਲ ਖੇਡਦੇ ਸੀ। ਹਾਂਜੀ। ਕਿੰਨੇ ਰੁਪਏ ਕਮਾਏ ਅੱਜ ਤਾਈਂ? ਨਿਆਣਿਆਂ ਤੋਂ ਪੈਸੇ ਥੋੜੀ ਲਈਦੇ ਆ। ਨਾ ਤਾਂ ਉਦੋਂ ਆਪ ਨੂੰ ਅਕਲ ਹੁੰਦੀ ਵੀ ਭਾਈ ਰੁਪਈਏ ਦੀ ਕੀਮਤ ਕੀ ਹੁੰਦੀ ਆ। ਪਾਪੇ ਨੇ 2 ਰੁਪਏ ਦੇ ਤੇ ਬਾਗੀਆਂ ਪਾਈਆਂ ਸੀ, ਖੰਡ ਵਾਲੀ ਗੋਲੀ ਲੈ ਕੇ ਆਉਣੀ ਆ, ਆ ਗੋਲਾ ਬਰਫ ਦਾ ਇਹ ਖਾਣਾ। ਲਓ ਜੀ ਅਸੀਂ ਬਾਜ਼ਾਰ ਜਾ ਕੇ ਪੌਪਕਾਰਨ ਜੇ ਕੀ ਉਹ ਹੁੰਦੇ ਆ ਉਂਗਲਾਂ 'ਚ ਫਸਾ ਕੇ ਉਹ ਪੋਪਲੇ ਜੇ ਹਾਂਜੀ ਉਹ ਖਾਣੇ। ਉਹ ਗੱਲਾਂ ਹੋਰ ਸੀ, ਹੁਣ ਕਿੱਥੇ ਉਹ ਗੱਲਾਂ। ਉਹ ਨਹੀਂ, ਨਿਆਣੇ ਜਿਹੜੇ ਉਹ ਵੀ ਅੱਜ ਕੱਲ ਬੜੇ ਸਿਆਣੇ ਹੋ ਗਏ ਆ। ਨਿਆਣੇ ਬੜੇ ਸਿਆਣੇ, ਹੁਣ 100 ਰੁਪਏ ਤੋਂ ਘੱਟ ਫਿਰਦਾ ਕੋਈ ਨਹੀਂ। ਉਹ ਨਹੀਂ ਡਾਣਾ ਸਾਹਿਬ, ਹੋਰ ਹੀ ਪਾਸੇ ਤੁਰ ਪੈਣੇ ਹੁੰਨੇ। ਮੈਂ ਕਦੋਂ ਦੀ ਹੋਰ ਹੀ ਰੌਲਾ ਪਾਈ ਜਾਨੀ, ਤੁਸੀਂ ਹੋਰ ਹੀ ਪਾਸੇ ਤੁਰੇ ਫਿਰਦੇ ਆਪਣਾ। ਕਦੀ ਪੋਪਲੇ ਆ ਗਏ, ਕਦੀ ਨਿਆਣਾ ਨਹੀਂ ਫਿਰਦਾ, ਕਦੀ ਬਾਂਦਰ ਕਿੱਲਾ ਆ ਗਿਆ ਵਿੱਚ। ਉਹ ਮੈਂ ਕੁਝ ਹੋਰ ਦੱਸ ਰਹੀ ਆ। ਹਾਂ ਪਹਿਲਾਂ ਸੁਣ ਲਿਆ ਕਰੋ। ਹੁਣ ਮੈਂ ਐ ਕਰੀ ਜਾਣਾ ਹਾਂ, ਫਿਰ ਦੱਸਣਾ ਨਹੀਂਗਾ। ਦੱਸਣ ਲੱਗੀ ਆ ਨਾ। ਪਿਕਸੀ। ਅੱਛਾ। ਇੱਕ ਕੁੜੀ ਦਾ ਨਾਂ ਹੈ। ਅੱਛਾ। ਇਹ 11 ਸਾਲਾਂ ਦੀ ਕੁੜੀ ਹੈ, ਨਿੱਕੀ ਜੀ। ਟਾਣਾ ਸਾਹਿਬ ਮੈਲਬਰਨ ਦੀ ਰਹਿਣ ਵਾਲੀ ਹੈ। ਅੱਛਾ, ਆਸਟ੍ਰੇਲੀਆ 'ਚ। ਹਾਂ। ਕਰੋੜਾਂਪਤੀ ਹੈ ਤੇ ਉਹਦਾ ਪਾਪਾ ਬਹੁਤ ਅਮੀਰ ਹੋਣਾ। ਹੋਰ ਕੁਛ ਮੰਮੀ ਵੀ ਅਮੀਰ ਹੋਊਗੀ। ਹੋਰ ਕੁਛ ਲੈ ਉਹ ਨਾਲ ਕੰਮ ਤਕੜਾ ਚੱਲਦਾ ਹੋਊਗਾ ਬਾਬੇ ਦੀ ਕਿਰਪਾ ਨਾਲ। ਕੰਮ ਤਾਂ ਤਕੜਾ ਚੱਲਦਾ ਹੈ ਕਿਉਂਕਿ ਇਹ ਕੁੜੀ ਖਿਡੌਣੇ ਬਣਾ ਵੇਚਦੀ ਹੈ। ਅੱਛਾ, ਇਹ ਆਟੇ ਦੀ ਜਿਹੜੀ ਬਣਾਉਂਦੀ ਕੁੜੀ? ਉਹ ਆਪਣੇ ਬਣਾਉਂਦੇ ਸੀ ਉਹ। ਇਹ ਤਾਂ ਹੋਰ ਆ ਜਿਹੜੇ ਖਿਡੌਣੇ ਹੁੰਦੇ ਆ ਨਾ ਨਿਆਣਿਆਂ ਦੇ ਖੇਡਣ ਵਾਲੇ, ਨਿੱਕੇ ਨਿੱਕੇ ਨਿਆਣਿਆਂ ਦੇ ਖੇਡਣ ਵਾਲੇ, ਉਹ ਖਿਡੌਣੇ ਬਣਾਉਂਦੀ ਹੈ। ਫਿਰ ਆ ਵਾਲਾਂ ਦੇ ਉੱਤੇ ਜਿਹੜੇ ਕਲਿੱਪ ਜੇ ਆਪਾਂ ਲਾਈਦੇ ਆ, ਹੇਅਰ ਬੈਂਡ ਲਾਈਦੇ ਆ, ਉਹ ਬਣਾ ਕੇ ਵੇਚਦੀ ਹੈ। ਇਹਦੇ ਚ ਇਹਦੀ ਮਾਂ ਇਹਦੀ ਮਦਦ ਕਰਦੀ ਹੈ ਤੇ ਹੁਣ ਤੱਕ ਇਹ ਕੁੜੀ ਜਿਹੜੀ ਹੈ ਕਰੋੜਾਂਪਤੀ ਬਣ ਗਈ। ਕਰੋੜਾਂ ਦੇ ਬੰਗਲੇ ਦੇ ਵਿੱਚ ਰਹਿੰਦੀ, ਕਰੋੜਾਂ ਦੀਆਂ ਗੱਡੀਆਂ ਨੇ ਇਹਦੇ ਕੋਲ। ਆਪਣੇ ਕਾਰੋਬਾਰ ਰਾਹੀਂ ਹੀ ਇੰਨਾ ਪੈਸਾ ਕਮਾ ਲਿਆ। ਇਹਦੀ ਬੇਬੇ ਵੀ ਸਾਥ ਦਿੰਦੀ ਕਿ ਨਹੀਂ? ਦਿੰਦੀ ਹੈ। ਪਾਪਾ ਨਹੀਂ ਪਤਾ, ਬੇਬੇ ਤਾਂ ਦਿੰਦੀ ਹੈ। ਹੁਣ ਮੈਂ ਸਾਰੇ ਟੱਬਰ ਦੀ ਜਾਣਕਾਰੀ ਲੈ ਕੇ ਆਵਾਂ। ਪੂਰਾ ਟੱਬਰ ਨਾਲ ਲੱਗਦਾ ਹੋਣਾ, ਇੰਨੇ ਪੈਸੇ ਸੰਭਾਲਣੇ ਕਿਹੜੇ ਸੌਖੇ ਆ। ਪਰ ਮੇਰੀ ਇੱਕ ਇਸ ਬੱਚੇ ਨੂੰ ਬੇਨਤੀ ਆ, ਨਿੱਕੀ ਉਮਰੇ ਕੋਈ ਪੈਸੇ ਦਾ ਬੜਾ ਲਾਲਚ ਨਹੀਂ ਕਰੀਦਾ। ਇਹ ਪੈਸਾ ਨਾਲ ਨਹੀਂ ਜਾਂਦਾ, ਇਸ ਕਰਕੇ ਥੋੜੇ ਜਿਹਾ ਸਾਨੂੰ ਦੇ ਦੇ। ਮੈਨੂੰ ਤੁਹਾਡੀ ਨਹੀਂ ਸਮਝ ਆਉਂਦੀ। ਜੇ ਨਿਆਣਾ ਕੰਮ ਕਰੇ ਤਾਂ ਨਹੀਂ ਚੰਗਾ, ਜੇ ਨਿਆਣਾ ਨਾ ਕੰਮ ਕਰੇ ਤਾਂ ਨਹੀਂ ਚੰਗਾ। ਨਿਆਣਾ ਕੰਮ ਕਰੇ ਪਰ ਪੈਸੇ ਬਾਲੇ ਨਹੀਂ ਕਮਾਉਣੇ ਚਾਹੀਦੇ ਨਿਆਣੇ ਨੂੰ। ਅੱਛਾ। ਨਿਆਣੇ ਨੂੰ ਦੱਸਣਾ ਚਾਹੀਦਾ ਵੀ ਪੁੱਤ ਆਪਾਂ ਸਮਾਜ 'ਚ ਕਿਵੇਂ ਵਿਚਰਨਾ। ਟਾਣਾ ਸਾਹਿਬ ਜਿਹੜੇ ਮੁਲਕ 'ਚੋਂ ਰਹਿੰਦੀ ਉੱਥੇ ਸਭ ਸਿਖਾਉਂਦੇ ਨੇ। ਅੱਛਾ। ਉੱਥੇ ਇਹ ਗੱਲਾਂ ਦੱਸਣੀਆਂ ਨਹੀਂ ਪੈਂਦੀਆਂ, ਉੱਥੇ ਸਭ ਸਿਖਾਉਂਦੇ ਨੇ। ਤੇ ਨਾਲੇ ਜਿਹਨੇ ਇੰਨੀ ਉਮਰ 'ਚ ਇੰਨਾ ਪੈਸਾ ਕਮਾ ਲਿਆ, ਦੇਖੋ ਸਾਰੀ ਜ਼ਿੰਦਗੀ ਉਹਨੂੰ ਪੈਸਾ ਕਮਾਉਣ ਦੀ ਲੋੜ ਨਹੀਂ, ਕਮਾਈ ਕਰਨ ਦੀ ਲੋੜ ਨਹੀਂ। ਇਹ ਤਾਂ ਗੱਲ ਸੱਚੀ ਹੈ ਵੀ 11 ਸਾਲ ਦੀ ਉਮਰ ਦੇ ਵਿੱਚ ਜੇ ਕੁੜੀ ਬੱਚੀ ਸਿਆਣੀ ਆ, ਉਹ ਤਾਂ ਹੀ ਇਦਾਂ ਦੇ ਉਪਰਾਲੇ ਕਰ ਰਹੀ ਆ। ਸਾਡੇ ਇੱਥੇ 11 ਸਾਲ ਦੇ ਨਿਆਣੇ ਨੂੰ ਕੱਢ ਕੇ ਪੁੱਤ ਤੜਕੇ ਉੱਠਦੇ ਨੂੰ ਭੈਣ ਦੀ ਗੱਲ ਕੱਢ ਕੇ ਵਿਖਾ,
ਓਏ ਦੇਖ ਮੇਰਾ ਛੋਣਾ ਬਣਾ, ਉਹ ਗੁੱਗੂ ਜਾ, ਉਹ ਕਿੱਦਾਂ ਦੀ ਗਾਲ ਕੱਢਦਾ ਤੇਰੀ। ਇੱਕ ਹੋਰ ਕੱਢ, ਚਾਚੇ ਨੂੰ ਕੱਢ ਦੇ ਹੁਣ। ਮੁੜ ਕੇ ਕੱਢ ਤਾਏ ਨੂੰ ਗਾਲ ਪੁੱਤ। ਜਦੋਂ ਵੱਡਾ ਹੋਇਆ ਕੱਢਦਾ ਫੇਰ ਜੁੱਤੀ ਲਾ ਫਿਰ ਤੈਨੂੰ ਲੈਣਗੇ। ਪਤਾ ਨਹੀਂ ਇਹਨੂੰ ਕਿਹੜੇ ਚੌਰੇ ਨੇ ਸਿਖਾਇਆ, ਤੇ ਆਪਦੀ ਗੱਲ ਉਹਦੇ ਭੁੱਲ ਜਾਂਦੇ ਆ। ਗੱਲ ਸਹੀ ਹੈ। ਸਾਡੇ ਇੱਥੇ 11 ਸਾਲ ਦੇ ਬੱਚੇ ਨੂੰ ਮਾਂ ਨਾ ਬਿਸਤਰੇ 'ਚ ਬੈਠੀ ਨੂੰ ਹੀ ਰੋਟੀ ਖਵਾਈ ਜਾਊਗੀ, ਆਪਣੇ ਹੱਥਾਂ ਨਾਲ ਉਹਦੇ ਮਗਰ ਮਗਰ ਭੱਜੀ ਜਾਊਗੀ, ਉਹਨੂੰ ਵਿਚਾਰੇ ਨੂੰ ਕਦੀ ਆਪਣੇ ਜੋਗਾ ਨਹੀਂ ਹੋਣ ਦਿੰਦੇ। ਤੇ ਇੱਧਰ ਵੇਖ ਲਓ 11 ਸਾਲਾਂ ਦੇ ਨਿਆਣੇ ਕੀ ਕਮਾਲ ਕਰੀ ਜਾਂਦੇ ਨੇ। ਸਹੀ ਗੱਲ ਆ, ਫਰਕ ਤਾਂ ਹੈ। ਹਾਂ, ਤੇ ਆਪਾਂ ਹੁਣ ਚੱਲੀਏ ਟਾਣਾ ਸਾਹਿਬ। ਜਾਣਦਾ ਹੋ ਗਿਆ ਵੇਲਾ। ਤੇ ਜਿਵੇਂ ਅੱਜ ਜਾਂਦੇ ਆਂਦੇ, ਚਲੋ ਆਪਾਂ ਇਹ ਵੀ ਗੱਲ ਕਰ ਲੈਂਦੇ ਆ। ਟਾਣਾ ਸਾਹਿਬ ਨੇ ਤਾਂ ਨਹੀਂ ਦੱਸਣਾ, ਅੱਜ ਮੈਂ ਖੀਰ ਖਵਾ ਦਿੱਤੀ ਹੈ ਇਹਨਾਂ ਨੂੰ। ਇਹਨਾਂ ਨੇ ਜਦੋਂ ਸਿਫਤ ਵਾਲੀ ਗੱਲ ਹੋਵੇ ਉਦੋਂ ਨਹੀਂ ਕਰਨੀ ਹੁੰਦੀ, ਜਦੋਂ ਜਿਹੜਾ ਮਸਲਾ ਹੱਲ ਹੋ ਜਾਵੇ ਉਹਦੇ ਬਾਬਤ ਨਹੀਂ ਗੱਲ ਦੱਸਣੀ ਹੁੰਦੀ। ਜਿੰਨੇ ਦਿਨ ਤੱਕ ਖੀਰ ਨਹੀਂ ਸੀ ਆਈ ਉਹਨੇ ਦਿਨ ਤੱਕ ਗੱਲ ਹੁੰਦੀ ਰਹੀ ਹੈ। ਤੇ ਹੁਣ ਪੱਕਾ ਕੋਈ ਹੋਰ ਨਵੀਂ ਗੱਲ ਕੱਢ ਕੇ ਵਿੱਚੋਂ ਜ਼ਰੂਰ ਸੁਣਾਉਣਗੇ, ਕੋਈ ਨਵੀਂ ਗੱਲ ਜਿਹੜੀ ਆ ਉਹ ਜ਼ਰੂਰ ਲੈ ਕੇ ਆਉਣਗੇ। ਪਰ ਬਾਕੀ ਮੈਂ ਇਹ ਕਹਿਣ ਲੱਗੀ ਸੀ ਵੀ ਜਾਣ ਦਾ ਵੇਲਾ ਹੋ ਗਿਆ। ਤੇ ਜਿਵੇਂ ਅਸੀਂ ਆਪਣੇ ਬਚਪਨ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਵੀ ਟਾਣਾ ਸਾਹਿਬ ਜਿਵੇਂ ਓਲੰਪਿਕਸ ਦੇ ਨੇੜੇ ਪਹੁੰਚਦੇ ਮੁੜੇ, ਉਵੇਂ ਤੁਸੀਂ ਕਿਹੜੀਆਂ ਖੇਡਾਂ ਖੇਡਦੇ ਰਹੇ ਉਹਦੇ ਬਾਬਤ ਜ਼ਰੂਰ ਦੱਸਿਓ। ਚਲਿਏ ਟਾਣਾ ਸਾਹਿਬ। ਬਿਲਕੁਲ ਜੀ, ਬਹੁਤ ਮਿਹਰਬਾਨੀ ਤੁਹਾਡੀ। ਪੂੜੇ ਅੱਜ ਵੀ ਨਹੀਂ ਆਏ, ਮੈਂ ਕੀ ਬਹੁਤ ਸ਼ੁਕਰੀਆ। ਨੁਕਸ ਕੱਢਣਗੇ, ਸਿਫਤ ਵਾਲੀ ਗੱਲ ਨਹੀਂ ਇਹਨਾਂ ਨੇ ਕਰਨੀ, ਮੈਂ ਜਾਣਦੀ ਹਾਂ। ਸੋ ਖੈਰ ਅਸੀਂ ਚੱਲਦੇ ਹਾਂ ਜੀ, ਜਾਣ ਦਾ ਵੇਲਾ ਹੋ ਗਿਆ। ਪ੍ਰਤੀਕਿਰਿਆ ਆਪਣੀ ਜ਼ਰੂਰ ਸਾਡੇ ਤੇ ਪਹੁੰਚਾਇਓ। ਦੋਵਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।